ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਛਟਿਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ ਦੋਹਰਾ ਖਾਨ ਤੀਨ ਸਰਦਾਰ ਮੈਂ ਇੱਕ ਜਵਲੀਨੋ ਮਾਰ ਅਪਰ ਪਠਾਨ ਪ੍ਰਹਾਰ ਭੇ ਮਰੇ ਤੁਰੰਗ ਉਦਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਹੋਈ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਇਸ ਵੇਲੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਇਤਿਹਾਸ, ਜੋ ਭੰਗਾਣੀ ਦਾ ਜੰਗ ਲੜਿਆ ਮਹਾਰਾਜ ਜੀਆਂ ਨੇ, ਇਹ ਪਹਿਲਾ ਜੰਗ ਹੈ ਜੋ ਸਤਿਗੁਰੂ ਜੀ ਇਹਨਾਂ ਪਹਾੜੀ ਰਾਜਿਆਂ ਦੇ ਨਾਲ ਲੜਦੇ ਪਏ। ਜੰਗ ਕਰਦਿਆਂ ਹੋਇਆ ਮਹੰਤ ਕਿਰਪਾਲ ਦਾਸ ਜਿਹੜੇ ਨੇ, ਸੰਤ ਨੇ ਬੜਾ ਵੀਰ ਰਸ ਜਾਗਿਆ ਮਨ ਦੇ ਵਿੱਚ। ਸਤਿਗੁਰਾਂ ਦੇ ਕੋਲੋਂ ਆਗਿਆ ਮੰਗੀ, ਮਹਾਰਾਜ ਮੈਨੂੰ ਵੀ ਜੰਗ ਲੜਨ ਦਾ ਹੁਕਮ ਕਰੋ। ਸਤਿਗੁਰੂ ਕਹਿਣ ਲੱਗੇ, ਮਹੰਤ ਜੀ ਜੰਗ ਵਿੱਚ ਜਾਣ ਦਾ ਹੁਕਮ ਤੇ ਮੰਗ ਲਿਆ, ਪਰ ਤੁਹਾਡੇ ਕੋਲ ਹਥਿਆਰ ਕੋਈ ਹੈ ਨਹੀਂ ਲੜਨ ਵਾਸਤੇ। ਨਾ ਕੋਈ ਗੋਲੀ ਹੈ, ਨਾ ਕੋਈ ਬੰਦੂਕ ਹੈ, ਨਾ ਕੋਈ ਤੀਰ ਕਮਾਨ ਹੈ, ਨਾ ਕੋਈ ਤਲਵਾਰ ਹੈ। ਜੰਗ ਕਿਵੇਂ ਲੜੋਗੇ? ਮਹੰਤ ਜੀ ਕਹਿਣ ਲੱਗੇ, ਮਹਾਰਾਜ ਭਾਵੇਂ ਜਿਹੜੇ ਸ਼ਸਤਰਾਂ ਦਾ ਤੁਸੀਂ ਨਾਮ ਲਿਆ ਇਹ ਮੇਰੇ ਕੋਲ ਨਹੀਂ, ਪਰ ਮੇਰੇ ਕੋਲ ਇੱਕ ਕੁਤਕਾ ਹੈ, ਮੋਟਾ ਸੋਟਾ, ਇਹੋ ਹੀ ਮੇਰਾ ਸ਼ਸਤਰ ਹੈ। ਆਪ ਜੀ ਥਾਪੜਾ ਦਿਓ, ਮੈਂ ਇਸ ਮੋਟੇ ਸੋਟੇ ਨਾਲ ਹੀ ਜੰਗ ਕਰਕੇ ਵਿਖਾਵਾਂਗਾ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਥਾਪੜਾ ਦਿੱਤਾ। ਆਗਿਆ ਲੈ ਕੇ ਮਹੰਤ ਕਿਰਪਾਲ ਦਾਸ ਜੰਗ ਵਿੱਚ ਪਹੁੰਚਿਆ। ਇੱਧਰੋਂ ਬੜੇ ਬਲ ਵਾਲਾ ਪਠਾਨ ਹਯਾਤ ਖਾਂ ਨਾਮ ਹੈ, ਮਹੰਤ ਜੀਆਂ ਦੇ ਨਾਲ ਜੰਗ ਕਰਨ ਵਾਸਤੇ ਇਸਨੇ ਆਪਣੀ ਤਲਵਾਰ ਦਾ ਵਾਰ ਮਹੰਤ ਕਿਰਪਾਲ ਦਾਸ 'ਤੇ ਕੀਤਾ। ਮਹੰਤ ਕਿਰਪਾਲ ਦਾਸ ਜੀਆਂ ਨੇ ਆਪਣਾ ਡੰਡਾ ਮੋਟਾ ਸੋਟਾ ਜਿਹੜਾ ਅੱਗੇ ਕਰਕੇ ਤਲਵਾਰ ਦੇ ਵਾਰ ਤੋਂ ਬਚ ਗਏ। ਫਿਰ ਮਹੰਤ ਕਿਰਪਾਲ ਦਾਸ ਜੀਆਂ ਨੇ ਲਲਕਾਰਿਆ ਇਸ ਪਠਾਨ ਨੂੰ, ਕਹਿਣ ਲੱਗੇ, ਪਠਾਣਾ ਤੂੰ ਵਾਰ ਕੀਤਾ, ਅਸੀਂ ਉਸ ਨੂੰ ਰੋਕ ਲਿਆ, ਹੁਣ ਅਸੀਂ ਵਾਰ ਕਰਾਂਗੇ, ਤੂੰ ਰੋਕ ਕੇ ਵਿਖਾ। ਇਹਨਾਂ ਬਚਨ ਕਹਿ ਕੇ ਆਪਣੇ ਘੋੜੇ ਤੋਂ ਉੱਠ ਬੈਠੇ। ਕਾਠੀ ਤੋਂ ਉੱਠ ਕੇ ਕੱਲਾ ਰਕਾਬਾਂ 'ਤੇ ਹੀ ਭਾਰ ਪਾ ਕੇ ਖੜ੍ਹੇ ਹੋ ਗਏ ਘੋੜੇ ਦੇ ਉੱਪਰ। ਘੋੜੇ ਦੀਆਂ ਲਗਾਮਾਂ ਛੱਡ ਕੇ ਦੋਨਾਂ ਹੱਥਾਂ ਵਿੱਚ ਉਹ ਮੋਟਾ ਡੰਡਾ ਘੁੱਟ ਕੇ ਫੜਿਆ, ਉੱਪਰ ਨੂੰ ਲਿਜਾ ਕੇ ਇੰਨੇ ਜ਼ੋਰ ਦੇ ਨਾਲ ਮਾਰਿਆ। ਹਯਾਤ ਖਾਂ ਨੇ ਰੋਕਣ ਦਾ, ਬਚਣ ਦਾ ਯਤਨ ਤੇ ਬੜਾ ਕੀਤਾ, ਪਰ ਕਹਿਣ ਲੱਗੇ, ਮਹੰਤ ਕਿਰਪਾਲ ਦਾਸ ਦਾ ਕੁਤਕਾ ਸਿਰ ਦੇ ਵਿੱਚ ਆ ਕੇ ਵੱਜਾ। ਦਸਵੇਂ ਪਾਤਸ਼ਾਹ ਮਹਾਰਾਜ ਵੇਖ ਕੇ ਬਚਨ ਕਰਦੇ, ਕਹਿਣ ਲੱਗੇ, ਕਿਰਪਾਲ ਦਾਸ ਜੀ ਜਿਵੇਂ ਦੁਆਪਰ ਯੁੱਗ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਮੱਖਣ ਦਾ ਮਟਕਾ ਫੋੜ ਦਿੰਦੇ ਸਨ, ਇਸੇ ਤਰ੍ਹਾਂ ਤੁਸੀਂ ਅੱਜ ਹਯਾਤ ਖਾਂ ਦਾ ਸਿਰ ਫੋੜਿਆ ਹੈ। ਇਸ ਤਰ੍ਹਾਂ ਉਸ ਪਠਾਨ ਨੂੰ ਮਾਰਿਆ। ਬੜੀ ਜੈ ਜੈਕਾਰ ਹੋਈ ਹੈ। ਇਤਿਹਾਸ ਪ੍ਰਸੰਗ ਆਪਾਂ ਪਿੱਛੇ ਸਰਵਣ ਕਰਿਆ ਹੈ। ਅੱਗੇ ਸੂਰਮੇ ਕਿਵੇਂ ਜੰਗ ਲੜਦੇ ਨੇ ਉਹ ਆਪਾਂ ਅੱਜ ਬਚਨ ਸਰਵਣ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ।
ਗੁਰੂ ਕੀ ਸੰਗਤ ਗੱਜ ਕੇ ਆਖੋ ਸਤਨਾਮ। ਦੋਹਰਾ ਖਾਨ ਤੀਨ ਸਰਦਾਰ ਮੈਂ, ਇੱਕ ਜਬਲੀਨੋ ਮਾਰ। ਸਤਿਗੁਰਾਂ ਦੀ ਫੌਜ ਵਿੱਚੋਂ 3 ਜਰਨੈਲ ਭੱਜੇ ਸਨ ਤੇ 3 ਜਰਨੈਲਾਂ ਵਿੱਚੋਂ ਇੱਕ ਨੂੰ ਤੇ ਮਹੰਤ ਕਿਰਪਾਲ ਦਾਸ ਨੇ ਮਾਰ ਦਿੱਤਾ। ਹਿਆਤ ਖਾਂ ਵੀ ਜਰਨੈਲ ਸੀ ਜਿਹੜਾ ਮਹਾਰਾਜ ਦੀ ਫੌਜ ਛੱਡ ਕੇ ਭੱਜਿਆ। ਦਗਾ ਦੇਣ ਵਾਲਿਆਂ ਵਿੱਚ, ਨਮਕ ਹਰਾਮੀ ਕਰਨ ਵਾਲਿਆਂ ਵਿੱਚ ਹਿਆਤ ਖਾਂ ਵੀ ਹੈ। ਮਹਾਰਾਜ ਦੇ ਖਜ਼ਾਨੇ ਤੇ ਅੱਖ ਰੱਖੀ ਬੈਠਾ ਸੀ, ਖਜ਼ਾਨਾ ਲੁੱਟ ਕੇ ਘਰੇ ਲਿਜਾਵਾਂਗਾ। ਪਰ ਇਹ ਨਹੀਂ ਸੀ ਪਤਾ ਖਜ਼ਾਨਾ ਲੈ ਕੇ ਜਾਣਾ ਤੇ ਦੂਰ ਦੀ ਗੱਲ ਹੈ, ਮੈਂ ਤੇ ਆਪਣਾ ਆਪ ਵੀ ਘਰ ਨਹੀਂ ਲਿਜਾ ਸਕਦਾ। 3 ਪਠਾਨਾਂ ਵਿੱਚੋਂ ਇੱਕ ਪਠਾਨ ਹਿਆਤ ਖਾਨ ਜਰਨੈਲ ਹੈ। ਕਹਿਣ ਲੱਗੇ ਜਦੋਂ ਮਹੰਤ ਕਿਰਪਾਲ ਦਾਸ ਨੇ ਮਾਰ ਲਿਆ ਹੈ। ਅਪਰ ਪਠਾਨ ਪਰਫਾਰ ਭੇ, ਮਰੇ ਤੁਰੰਗ ਉਦਾਰ। ਕਹਿਣ ਲੱਗੇ ਹੋਰ ਜਿਹੜੇ ਪਠਾਨ ਸਨ ਉਹ ਵੀ ਨਾਸ ਹੋਏ। ਜਿਹੜੇ ਦੇ ਨਾਲ ਆਏ ਸਨ ਨਾ ਆਪਣੇ ਜਰਨੈਲ ਦੇ ਬਾਕੀ ਸਿਪਾਹੀ ਪਠਾਨ, ਉਹ ਵੀ ਗੁਰੂ ਕਿਆਂ ਸਿੱਖਾਂ ਨੇ ਸੋਧੇ ਫਿਰ ਜੰਗ ਮੈਦਾਨ ਵਿੱਚ, ਉਹ ਵੀ ਮਾਰ ਕੇ ਨਾਸ਼ ਕੀਤੇ ਨੇ। ਬੇਅੰਤ ਘੋੜੇ ਮਰੇ ਪਏ ਜੰਗ ਦੇ ਮੈਦਾਨ ਦੇ ਵਿੱਚ। ਐਸਾ ਵਿਰਾਨ ਉਸ ਵੇਲੇ ਜੰਗ ਦਾ ਮੈਦਾਨ ਬਣਿਆ ਹੈ। ਹਰ ਬੋਲ ਮਨਾ ਛੰਦ, ਰਿਸ ਧਾਰ ਅਰੇ ਹਥਿਆਰ ਕਰੇ। ਗੁਰੂ ਕੇ ਸੂਰਮੇ ਬੜੇ ਗੁੱਸੇ ਦੇ ਨਾਲ ਔਰ ਅੜ ਕੇ ਲੜੇ। ਦੁਸ਼ਮਣ ਦੇ ਵਾਸਤੇ ਮੈਦਾਨ ਨਹੀਂ ਛੱਡਿਆ, ਅੜ ਕੇ ਦੁਸ਼ਮਣ ਦੇ ਸਾਹਮਣੇ ਖਲੋ ਕੇ ਬੜੇ ਗੁੱਸੇ ਨਾਲ ਲੜੇ ਹਨ। ਗਨ ਬਾਨ ਚਲੇ ਨਹਿ ਹੋਤ ਖਲੇ। ਕਹਿੰਦੇ ਇਸ ਤਰ੍ਹਾਂ ਦੇ ਤੀਰ ਚੱਲਦੇ ਨੇ, ਉਹਨਾਂ ਤੀਰਾਂ ਦੇ ਸਾਹਮਣੇ ਖਲੋਤਾ ਨਹੀਂ ਜਾਂਦਾ। ਮੀਂਹ ਦੀਆਂ ਛੱਟਾਂ ਵੀ ਹੋ ਸਕਦਾ, ਮੀਂਹ ਦੀਆਂ ਕਣੀਆਂ ਵੀ ਹੋ ਸਕਦਾ ਵੀ ਇੰਨੀ ਰਫ਼ਤਾਰ ਦੇ ਨਾਲ ਧਰਤੀ ਤੇ ਨਾ ਡਿੱਗਦੀਆਂ ਹੋਣ ਜਿੰਨੀ ਰਫ਼ਤਾਰ ਦੇ ਨਾਲ ਗੁਰੂ ਕਿਆ ਸਿੱਖਾਂ ਨੇ ਜੰਗ ਦੇ ਵਿੱਚ ਤੀਰ ਚਲਾਏ ਹਨ। ਹੱਥ ਭਾਲਨ ਤੇ ਰੁਕ ਢਾਲਨ ਤੇ। ਕਹਿਣ ਲੱਗੇ ਕਿਸੇ ਨੇ ਭਾਲੇ ਦੇ ਨਾਲ, ਬਰਸ਼ੇ ਦੇ ਨਾਲ ਕਹਿਣ ਲੱਗੇ ਇਹਨਾਂ ਨੂੰ ਮਾਰ ਸੁੱਟਿਆ। ਕਿਸੇ ਗੁਰੂ ਕੇ ਸਿੱਖ ਨੇ ਵੀਰ ਰਸ ਵਿੱਚ ਆ ਕੇ ਢਾਲ ਹੀ ਇੰਨੀ ਜ਼ੋਰ ਦੀ ਮਾਰੀ ਹੈ, ਕਿਸੇ ਨੇ ਢਾਲ ਮਾਰ ਕੇ ਇਹਨਾਂ ਦੀ ਸਦਾ ਦੀ ਨੀਂਦ ਇਹਨਾਂ ਨੂੰ ਸੁਆ ਦਿੱਤਾ ਹੈ। ਕਹਿ ਤੋਮਰ ਕਉ ਹਨ ਤੇ ਅਰ ਕਉ। ਇਸ ਤਰ੍ਹਾਂ ਤੋਮਰ ਕਹੀਏ ਕੋਈ ਵਰਸ਼ਾ ਪਕੜੀ ਬੈਠਾ, ਦੁਸ਼ਮਣ ਨੂੰ ਫੜ ਫੜ ਕੇ ਤੇ ਫਿਰ ਉਸ ਨੂੰ ਮਾਰ ਮਾਰ ਕੇ ਸੁੱਟਦੇ ਹਨ। ਕਹਿ ਬਾਹਾਂ ਕੱਟੀ ਕਿਸ ਟਾਂਗ ਟੁੱਟੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜੰਗ ਦਾ ਮੈਦਾਨ ਵੇਖਿਆ ਹੀ ਬਣਦਾ। ਜੰਗ ਦੇ ਵਿੱਚ ਕਈਆਂ ਦੇ ਸਰੀਰਾਂ ਦੇ ਨਾਲੋਂ ਬਾਹਾਂ ਵੱਖਰੀਆਂ ਟੁੱਟ ਕੇ ਡਿੱਗੀਆਂ ਪਈਆਂ, ਬਾਹਾਂ ਵੱਢ ਕੇ ਸਰੀਰ ਨਾਲੋਂ ਵੱਖਰੀਆਂ ਖਿਲਰੀਆਂ ਪਈਆਂ। ਤੇ ਕਿਸੇ ਦੀ ਟਾਂਗ ਟੁੱਟੀ, ਟਾਂਗ ਤੋਂ ਭਾਵ ਟੰਗ ਲੱਤ, ਕਿਸੇ ਦੀ ਲੱਤ ਗੋਡੇ ਤੋਂ ਵੱਢੀ ਹੋਈ ਹੈ, ਕਿਸੇ ਦੀ ਪੱਟ ਤੋਂ ਵੱਢੀ ਹੋਈ ਹੈ। ਲੱਤਾਂ ਵੀ ਵੱਖਰੀਆਂ ਵੱਢੀਆਂ ਪਈਆਂ ਹੋਈਆਂ ਜੰਗ ਮੈਦਾਨ ਵਿੱਚ ਦਿਸਦੀਆਂ ਹਨ। ਕੱਟ ਮੁੰਡ ਲਏ ਬੌਰੁੰਡ ਪਏ। ਕਈਆਂ ਦੇ ਮੁੰਡੀ ਕੱਟੀ ਗਈ ਹੈ, ਮੁੰਡੀ ਤੋਂ ਭਾਵ ਗਰਦਨ। ਕਹਿਣ ਲੱਗੇ ਵੀ ਗਰਦਨ ਵੱਖਰੀ ਪਈ ਹੈ, ਧੜ ਵੱਖਰਾ ਪਿਆ। ਜੰਗ ਦੇ ਮੈਦਾਨ ਦੇ ਵਿੱਚ ਇਸ ਤਰ੍ਹਾਂ ਸੂਰਮੇ ਮਰੇ ਪਏ। ਜੰਗ ਦੇ ਮੈਦਾਨ ਨੂੰ ਵਰਣਨ ਕਰਦੇ ਵੀ ਕਿਸ ਤਰ੍ਹਾਂ ਦਾ ਮੈਦਾਨ ਹੋਇਆ ਪਿਆ, ਕੀ ਉੱਥੇ ਬਣਿਆ ਹੋਇਆ। ਕਿਸੇ ਦਾ ਧੜ ਵੱਖਰਾ ਹੈ, ਗਰਦਨ ਵੱਖਰੀ ਹੈ, ਤੇ ਕਿਸੇ ਦਾ ਮੂੰਹ ਇੰਨਾ ਤੋੜ ਦਿੱਤਾ ਜਾਂ ਪਾੜ ਦਿੱਤਾ ਮਾਰ ਕੇ, ਹਥਿਆਰ ਵੀ ਮੂੰਹ ਪਾਟੇ ਪਏ ਨੇ, ਮੂੰਹ ਦੀਆਂ ਵਰਾਸ਼ਾਂ ਪਾਟੀਆਂ ਪਈਆਂ। ਐਸੇ ਇਹਨਾਂ ਦੇ ਭਿਆਨਕ ਸਰੂਪ ਬਣੇ ਹਨ। ਕਰਵਾਰ ਨਚੀ ਰਾਜ ਸ਼੍ਰੋਣ ਰਚੀ। ਕਹਿਣ ਲੱਗੇ ਤਲਵਾਰ ਗੁਰੂ ਕਿਆਂ ਸਿੱਖਾਂ ਦੇ ਹੱਥ ਵਿੱਚ ਵਗਦੀ ਨਹੀਂ ਪਈ, ਚੱਲਦੀ ਨਹੀਂ ਪਈ ਹੈ। ਮੰਨ ਲਓ ਵੀ ਇਹ ਤਲਵਾਰ ਜੰਗ ਦੇ ਮੈਦਾਨ ਦੇ ਵਿੱਚ ਨੱਚਦੀ ਪਈ ਹੈ। ਐਸੀ ਤਲਵਾਰ ਨਚਾਈ ਹੱਥਾਂ ਵਿੱਚ ਫੜ ਕੇ, ਐਸੀ ਤੇਗ ਚਲਾਈ ਹੈ। ਗੁਰੂ ਕਿਆਂ ਸਿੱਖਾਂ ਦੀ ਤੇਗ ਵੀ ਕਹਿੰਦੇ ਗੁੜੁੱਚ ਹੋ ਗਈ, ਲਹੂ ਦੇ ਵਿੱਚ ਭਿੱਜੀ ਹੋਈ ਹੈ। ਸਿਰੇ ਤੋਂ ਲੈ ਕੇ ਸਿਰੇ ਤੱਕ, ਮੁੱਠ ਦੇ ਕਬਜੇ ਤੋਂ ਲੈ ਕੇ ਨੋਕ ਤੱਕ ਜਿਹੜੀਆਂ ਤਲਵਾਰਾਂ ਨੇ ਲਹੂ ਦੇ ਨਾਲ ਭਿੱਜੀਆਂ ਹੋਈਆਂ ਹਨ। ਬਹੁ ਘਾਏ ਲਗੇ ਤਰਫੈਂ ਗਿਰ ਗਏ। ਤੇ ਕਈ ਇੰਨੇ ਭਾਰੀ ਜ਼ਖਮੀ ਹੋ ਕੇ ਤੇ ਘੁੰਮ ਕੇ ਧਰਤੀ ਤੇ ਡਿੱਗਦੇ। ਜ਼ਖਮਾਂ ਦੀ ਤਾਬ ਨਾ ਝੱਲਿਆ, ਨਾ ਸਹਿੰਦਿਆਂ ਹੋਇਆਂ, ਜ਼ਖਮਾਂ ਦਾ ਦੁੱਖ ਨਾ ਸਹਿੰਦਿਆਂ ਹੋਇਆਂ ਕਰਦੇ ਹਾਏ ਹਾਏ, ਐਸੀਆਂ ਆਵਾਜ਼ਾਂ ਆਉਂਦੀਆਂ ਹਨ। ਹਾਏ ਧਾਵਤ ਹੈ ਭਟਕਾਵਤ ਹੈ। ਕਈ ਖਾਲੀ ਘੋੜੇ ਡਰ ਕੇ, ਜਿਨ੍ਹਾਂ ਦੇ ਸਵਾਰ ਮਰ ਗਏ ਨੇ, ਘੋੜੇ ਖਾਲੀ ਰਹਿ ਗਏ। ਕਈ ਖਾਲੀ ਘੋੜੇ ਇੱਧਰ ਉੱਧਰ ਨੂੰ ਭੱਜੇ ਫਿਰਦੇ। ਤੇ ਕਹਿਣ ਲੱਗੇ ਤੇ ਕਈ ਭਟਕਾਵਤ ਹੈ, ਜਿਹੜਾ ਕੋਈ ਸੂਰਮਾ ਜ਼ਖਮੀ ਹੋ ਕੇ ਥੱਲੇ ਡਿੱਗਾ ਨਾ, ਭੱਜੇ ਜਾਂਦੇ ਘੋੜੇ ਜ਼ਖਮੀਆਂ ਦੇ ਉੱਪਰ ਆਪਣੇ ਪੌੜ ਰੱਖ ਰੱਖ ਕੇ ਲੰਘਦੇ ਨੇ। ਉਹ ਜ਼ਖਮੀ ਹੋਏ ਧਰਤੀ ਤੇ ਘੋੜਿਆਂ ਦੀਆਂ ਟਾਪਾਂ ਥੱਲੇ ਆ ਕੇ
ਮਰਦੇ ਜਾ ਰਹੇ ਹਨ। ਮਿਲ ਬੀਰ ਗਏ ਅਸ ਢਾਲ ਲਏ। ਕਹਿਣ ਲੱਗੇ ਸੂਰਮੇ ਮਿਲ ਗਏ ਆਪਸ ਵਿੱਚ। ਕਹਿਣ ਲੱਗੇ ਇਸ ਤਰੀਕੇ ਦੇ ਨਾਲ ਇਹਨਾਂ ਨੇ ਹੱਥਾਂ ਵਿੱਚ ਗੁਰਮੁਖੋ ਤਲਵਾਰਾਂ ਤੇ ਢਾਲਾਂ ਫੜੀਆਂ ਹੋਈਆਂ ਹਨ। ਕਰ ਹੇਲ ਘਨੇ ਮੁਖ ਮਾਰ ਭਨੇ। ਇਹ ਕਹਿਣ ਲੱਗੇ ਗੁਰਮੁਖੋ ਬੜਾ ਤਗੜਾ ਹੱਲਾ ਕੀਤਾ। ਮੁਖੋਂ ਆਖਦੇ ਨੇ ਮਾਰ ਲਓ, ਮਾਰ ਲਓ, ਇਹ ਭੱਜ ਨਾ ਜਾਣ, ਇਹ ਬਚ ਨਾ ਜਾਣ, ਮਾਰ ਲਓ ਜਿੰਨੇ ਮਾਰੀ ਜਾਂਦੇ ਵੈਰੀ। ਇਸ ਤਰ੍ਹਾਂ ਇੱਕ ਦੂਜੇ ਨੂੰ ਲਲਕਾਰ ਕੇ ਉਤਸ਼ਾਹ ਦਿੰਦੇ ਹਨ। ਕਟ ਲੋਥ ਭਰੀ ਗਨ ਧੂਰ ਭਰੀ। ਬਹੁਤ ਜ਼ਿਆਦੀਆਂ ਲਾਸ਼ਾਂ, ਸਰੀਰਾਂ ਦੀ ਜਾਨ ਨਿਕਲ ਗਈ ਹੈ। ਮੁਰਦਾ ਸਰੀਰ ਪਏ ਹੋਏ, ਉਹ ਵੀ ਕੱਟੇ ਹੋਏ, ਵੱਡੇ ਹੋਏ। ਤੇ ਗੁਰਮੁਖੋ ਕਈ ਸਰੀਰ ਨਾ ਮਿੱਟੀ ਪੈ ਪੈ ਕੇ, ਘੱਟਾ ਧੂੜ ਪੈ ਪੈ ਕੇ, ਉਹ ਪਤਾ ਹੀ ਨਹੀਂ ਲੱਗਦਾ ਵੀ ਇਹਦਾ ਮੂੰਹ ਕਿੱਧਰ ਹੈ, ਇਹਦੀ ਪਿੱਠ ਕਿੱਧਰ ਹੈ, ਇਹ ਕੌਣ ਹੈ। ਕਈ ਸਰੀਰ ਤੇ ਮਿੱਟੀ ਘੱਟੇ ਵਿੱਚ ਹੀ ਦੱਬੇ ਪਏ ਨੇ, ਮਿੱਟੀ ਘੱਟੇ ਨਾਲ ਛਾਏ ਹੋਏ ਹਨ। ਨਿਜ ਸਵਾਮਨ ਕੋ ਕਰ ਕਾਮਨ ਕੋ। ਕਹਿਣ ਲੱਗੇ ਆਪਣੇ ਸਵਾਮੀ ਦਾ ਕੰਮ ਕਰਨ ਵਾਸਤੇ ਆਏ। ਭਾਵੇਂ ਗੁਰੂ ਕੇ ਸੂਰਮੇ ਨੇ, ਗੁਰੂ ਕੇ ਸੂਰਮਿਆਂ ਦਾ ਸਵਾਮੀ ਕੌਣ ਹੈ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਸਤੇ ਲੜ ਕੇ, ਆਪਣੇ ਆਪ ਨੂੰ ਕਟਾ ਕੇ, ਸ਼ਹੀਦ ਕਰਵਾ ਕੇ ਸੱਚਖੰਡ ਨੂੰ ਪਹੁੰਚੇ ਹਨ। ਨਿਜ ਪ੍ਰਾਨ ਦੇ ਸੁਰਲੋਕ ਗਏ। ਕਹਿਣ ਲੱਗੇ ਜਿਨ੍ਹਾਂ ਨੇ ਗੁਰੂ ਵਾਸਤੇ, ਧਰਮ ਵਾਸਤੇ ਜੰਗ ਲੜਿਆ ਹੈ, ਉਹ ਸ਼ਹੀਦੀਆਂ ਪਾ ਕੇ ਸਿੱਧੇ ਸੱਚਖੰਡ ਨੂੰ ਤੁਰੇ ਜਾਂਦੇ, ਸੱਚਖੰਡ ਦੀ ਪ੍ਰਾਪਤੀ ਵਾਲੇ ਬਣਦੇ ਹਨ। ਤਜ ਜਾਏ ਕਟੇ ਨੈ ਪਾਛ ਹਟੇ। ਭਾਵੇਂ ਕਿਸੇ ਦੇ ਸਰੀਰ ਕੱਟੇ ਗਏ ਨੇ ਪਰ ਪਿੱਛੇ ਨਹੀਂ ਕੋਈ ਹਟਿਆ। ਕਿਸੇ ਨੇ ਜਾਨ ਨੂੰ ਪਿਆਰੀ ਨਹੀਂ ਕੀਤਾ ਵੀ ਪਿੱਛੇ ਹਟ ਕੇ ਜਾਨ ਬਚਾ ਲਵਾਂ। ਬੜੀ ਖੁਸ਼ੀ ਦੇ ਨਾਲ, ਬੜੇ ਫਕਰ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਸਗੋਂ ਅੱਗੇ ਵਧਦੇ ਨੇ। ਜੰਗ ਵਿੱਚ ਸ਼ਹੀਦ ਹੋਵਾਂਗੇ, ਸੱਚਖੰਡ ਦੀ ਪ੍ਰਾਪਤੀ ਵਾਲੇ ਬਣਾਂਗੇ। ਦੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ। ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ। ਇਹ ਸੂਰਮੇ ਦੀ ਕਰਨੀ ਹੈ, ਇਹ ਸੂਰਮੇ ਦਾ ਕਰਤੱਵ ਹੈ। ਲੜੇ ਤੇ ਧਰਮ ਵਾਸਤੇ ਲੜੇ। ਜੇ ਧਰਮ ਵਾਸਤੇ ਲੜੇ ਤੇ ਪਿੱਛੇ ਨਾ ਹਟੇ। ਭਾਵੇਂ ਬੰਦ ਬੰਦ ਉੱਥੇ ਕੱਟਿਆ ਜਾਵੇ, ਟੋਟੇ ਟੋਟੇ ਭਾਵੇਂ ਹੋ ਜਾਵੇ। ਐਸਾ ਜਿਹੜਾ ਜੰਗ ਕਰਦਾ ਸੱਚਖੰਡ ਦੀ ਪ੍ਰਾਪਤੀ ਦਾ ਮਾਲਕ ਹੈ। ਗਨ ਖਾਨ ਅਰੇ ਤਤਕਾਲ ਮਰੇ। ਕਹਿਣ ਲੱਗੇ ਜਿਹੜੇ ਜਿਹੜੇ ਪਠਾਨ ਅੱਗੇ ਆ ਕੇ ਅੜੇ ਜੰਗ ਵਾਸਤੇ, ਛੇਤੀ ਨਾਲ ਮਰ ਮਰ ਕੇ ਉਤਰੇ ਜਾਂਦੇ ਹਨ। ਤੁਪਕਾਨ ਛੁੱਟੇ ਔਰ ਸੀਸ ਫੁੱਟੇ। ਬਹੁਤ ਜ਼ਿਆਦੀਆਂ ਬੰਦੂਕਾਂ ਵਿੱਚੋਂ ਗੋਲੀਆਂ ਚੱਲਦੀਆਂ ਗੁਰਮੁਖੋ। ਇਹ ਗੋਲੀਆਂ ਜਦੋਂ ਸਿਰ ਵਿੱਚ ਵੱਜਦੀਆਂ ਨੇ, ਸਿਰਾਂ ਨੂੰ ਪਾੜ ਪਾੜ ਕੇ ਸੁੱਟੀ ਜਾਂਦੀਆਂ ਹਨ। ਬੰਮ ਸ਼੍ਰੋਣ ਮਹਾ ਗਿਰ ਜਾਏ ਤਹਾਂ। ਇਸ ਤਰ੍ਹਾਂ ਕਹਿਣ ਲੱਗੇ ਬਹੁਤ ਜ਼ਿਆਦਾ ਖੂਨ ਨਿਕਲਦਾ ਹੈ। ਜਿੱਥੇ ਕੋਈ ਡਿੱਗਦਾ ਨਾ ਮਰ ਕੇ, ਤੇ ਮਰਨ ਤੋਂ ਬਾਅਦ ਜਦੋਂ ਡਿੱਗਦਾ ਜ਼ਖਮੀ ਸਰੀਰ ਵਿੱਚੋਂ ਬੜਾ ਖੂਨ ਨਿਕਲਦਾ। ਨੇੜੇ ਨੇੜੇ ਜਿਹੜੀ ਮਿੱਟੀ ਲਾਲ ਹੋ ਜਾਂਦੀ ਹੈ। ਨਿਸ਼ਾਨੀ ਛੰਦ ਗੜ ਚਿਲਾਨ ਇੱਕ ਥਾਨ ਹੈ ਕਾਤੀ ਦਿੱਤੇਸ਼ੂ। ਗੜ ਚਿਲਾਨ ਇੱਕ ਥਾਨ ਹੈ ਕਾਸ਼ੀ ਜਿਤ ਦੇਸ਼ੂ। ਕਹਿਣ ਲੱਗੇ ਇੱਕ ਇਲਾਕੇ ਦਾ ਨਾਮ ਹੈ ਗੁਰਮੁਖੋ। ਕਹਿਣ ਲੱਗੇ ਚੁਨਾਰਗੜ੍ਹ ਤੋਂ ਭਾਵ ਇਹ ਹੈ, ਮੁਰਾਦ ਇਹ ਜਪਦੀ ਹੈ ਵੀ ਟਿਕਾਣਾ ਹੈ। ਕਹਿਣ ਲੱਗੇ ਟਿਕਾਣਾ ਇਹੋ ਜਿਹਾ ਮਿਰਜ਼ਾਪੁਰ ਜ਼ਿਲ੍ਹੇ ਵਿੱਚ ਕਾਸ਼ੀ ਤੋਂ 15 ਕੁ ਮੀਲ ਦੀ ਦੂਰੀ ਤੇ ਗੰਗਾ ਦੇ ਕਿਨਾਰੇ ਇੱਕ ਬੜਾ ਪੱਕਾ ਫੌਜੀ ਟਿਕਾਣਾ ਹੈ। ਕਹਿਣ ਲੱਗੇ ਉਸ ਨੂੰ ਕਿਹਾ ਜਾਂਦਾ ਹੈ ਸੁਲਹ ਖਾਨਾ। ਇਹ ਕਿਲ੍ਹਾ ਇੱਕ ਪਹਾੜੀ ਦੀ ਚੋਟੀ ਉੱਪਰ ਬਣਾਇਆ ਗਿਆ। ਮਹਾਰਾਣੀ ਜਿੰਦਾ ਨੂੰ ਅੰਗਰੇਜ਼ਾਂ ਨੇ ਇਸੇ ਕਿਲ੍ਹੇ ਵਿੱਚ ਕੈਦ ਕੀਤਾ ਸੀ, ਜਿੱਥੋਂ ਕਿ ਆਪਣੀ ਚਾਤੁਰਤਾ ਦਾ ਨਿਕਲ ਕੇ ਉਹ ਨੇਪਾਲ ਪਹੁੰਚੀ ਸੀ। ਸੋ ਕਹਿਣ ਲੱਗੇ ਵੀ ਇਹ ਇੱਕ ਕਿਲ੍ਹੇ ਦਾ ਨਾਮ ਹੈ, ਇੱਕ ਇਲਾਕੇ ਦਾ ਨਾਮ ਹੈ। ਕਹਿਣ ਲੱਗੇ ਇਸ ਨੂੰ ਚਿਲਾਨਗੜ੍ਹ ਆਖਿਆ ਜਾਂਦਾ ਹੈ। ਇੱਥੋਂ ਨਿਕਲ ਕੇ ਤੇ ਕਾਸ਼ੀ ਦੇਸ਼ ਨੂੰ। ਤਿਸ ਥਲ ਕੋ ਇੱਕ ਸਿੱਖ ਹੈ ਜੈ ਸੁਮਤ ਵਿਸ਼ੇਸ਼ੂ। ਉੱਥੇ ਇੱਕ ਸਿੱਖ ਹੈ ਜਿਹੜਾ ਬੜੀ ਸ੍ਰੇਸ਼ਟ ਮਤ ਵਾਲਾ ਹੈ। ਰਾਮ ਸਿੰਘ ਸ਼ੁਭ ਨਾਮ ਹੈ ਗੁਰ ਆਏ ਸਿਪਾਹੀ। ਇਹਦਾ ਨਾਮ ਰਾਮ ਸਿੰਘ ਹੈ ਤੇ ਗੁਰੂ ਪਾਤਸ਼ਾਹ ਦੀ ਆਗਿਆ ਪਾ ਕੇ ਇੱਕ ਲੱਕੜਾ ਵਿੱਚ ਖੋਦ ਕੇ ਬੜਤੋਪ ਬਣਾਈ। ਕਹਿਣ ਲੱਗੇ ਵੀ ਇਹਨੇ ਇੱਕ ਲੱਕੜ ਜਿਹੜੀ ਹੈ ਨਾ ਉਸ ਨੂੰ ਖੋਦ ਕੇ, ਲੱਕੜ ਵਿੱਚੋਂ ਇੱਕ ਟੋਇਆ ਕੱਢ ਕੇ, ਲੱਕੜ ਦੇ ਵਿੱਚੋਂ ਕੁਝ ਕੱਢ ਕੇ, ਲੱਕੜ ਦਾ ਬੂਰਾ ਵਗੈਰਾ ਹੋਰ, ਤੇ ਉਸ ਨੂੰ ਚੰਗੀ ਤਰ੍ਹਾਂ ਕਹਿਣ ਲੱਗੇ ਵੀ ਤੋਪ ਦੇ ਵਾਂਗ ਇਸ ਨੇ ਬਣਾਇਆ ਹੈ। ਉੱਚੇ ਥਲ ਸੋ ਧਰ ਦਈ ਬਾਰੂਦ ਵਿਸਾਲਾ। ਇਹ ਸਿੱਖ ਨੇ ਮਹਾਰਾਜ ਦਾ ਹੁਕਮ ਪਾ ਕੇ ਉਸ ਲੱਕੜ ਨੂੰ ਉੱਚੀ ਥਾਂ ਦੇ ਉੱਪਰ ਰੱਖ ਦਿੱਤਾ, ਬਰੂਦ ਨਾਲ ਭਰ ਦਿੱਤਾ ਹੈ। ਪੂਰਾ ਪਾਥਰ ਠੋਕ ਕੇ ਸਨਮੁਖ ਰਿਪ ਜਾਲਾ। ਕਹਿਣ ਲੱਗੇ ਵੀ ਹੁਣ ਬਰੂਦ ਦੇ ਕੋਲ ਨਹੀਂ ਹੈ, ਪਰ ਗੁਰੂ ਕੇ ਸਿੱਖ ਨੇ ਉਸ ਲੱਕੜ ਦੇ ਖੋਲ ਦੇ ਵਿੱਚ ਬਹੁਤ ਜ਼ਿਆਦੇ ਰੋੜੇ ਪਾ ਕੇ, ਇੱਟਾਂ ਪਾ ਕੇ ਤੇ ਉਸ ਵੇਲੇ ਤਿਆਰ ਕੀਤਾ ਹੈ। ਗੁਰ ਆਗਿਆ ਲੈ ਕਰ ਤਵੈ
ਤਹਿ ਲਾਏ ਸਤਿਗੁਰੂ ਪਲੀਤਾ। ਪਾਤਸ਼ਾਹ ਦੀ ਆਗਿਆ ਲਈ ਅਰਦਾਸ ਕੀਤੀ, ਮਹਾਰਾਜ ਤੋਪ ਤੇ ਆਪਣੇ ਕੋਲ ਨਹੀਂ ਹੈ, ਮੈਂ ਲੱਕੜ ਨੂੰ ਤੋਪ ਦੇ ਵਿੱਚ ਵਰਤ ਸਕਦਾ ਹਾਂ, ਵਰਤਣਾ ਚਾਹੁੰਦਾ ਹਾਂ, ਆਪ ਦੀ ਕਿਰਪਾ ਕਰੋ। ਲੱਕੜ ਦੇ ਖੋਲ ਦੇ ਵਿੱਚ ਰੋੜਾਂ ਤੇ ਇੱਟੇ ਭਰ ਕੇ ਗੁਰੂ ਅੱਗੇ ਅਰਦਾਸਾ ਸੋਧ ਕੇ ਕਹਿਣ ਲੱਗੇ, ਉਸ ਵੇਲੇ ਚਲਾਇਆ ਹੈ। ਛੁਟਤ ਕਰਿਓ ਬੜ ਸ਼ਬਦ ਕੋ ਜਨ ਬਿਜ ਗਜੀਤਾ। ਕਹਿਣ ਲੱਗੇ ਜਦੋਂ ਇਸ ਤੋਪ ਦੇ ਵਿੱਚੋਂ ਨਿਕਲਿਆ ਨਾ ਗੋਲਾ, ਇੰਨਾ ਆਵਾਜ਼ ਆਇਆ, ਮੰਨ ਲਓ ਜਿਵੇਂ ਬਿਜਲੀ ਕੜਕਦੀ ਪਈ ਹੈ, ਜਿਵੇਂ ਅਸਮਾਨ ਗੱਜਿਆ ਹੋਵੇ। ਲੱਕੜ ਦੇ ਤੋਪ ਦੇ ਲੱਕੜ ਦੇ ਖੋਲ ਵਿੱਚੋਂ ਇਸ ਤਰ੍ਹਾਂ ਦਾ ਗੋਲਾ ਗੁਰੂ ਹੁਕਮ ਨਾਲ ਚੱਲਿਆ ਹੈ। ਜਹਾਂ ਚੁੰਗ ਬਾਂਧੇ ਖਰੇ ਤੈ ਪਹੁੰਚਿਓ ਗੋਰਾ। ਜਿੱਥੇ ਇਹ ਬਹੁਤਾ ਵੱਡਾ ਝੁੰਡ ਬਣਾ ਕੇ ਖਲੋਤੇ ਸਨ ਮੁਗਲ ਸਿਪਾਹੀ, ਜਾਂ ਜਿਹੜੇ ਇਹ ਪਹਾੜੀਏ ਰਾਜਿਆਂ ਦੇ ਸਿਪਾਹੀ, ਜਿੱਥੇ ਵੱਡਾ ਝੁੰਡ ਬਣਾ ਕੇ ਝੁੰਗ ਬੁਲਾ ਕੇ ਖਲੋਤੇ ਹੋਏ, ਬਹੁਤੀ ਇਹਨਾਂ ਦੀ ਪਲਟਨ ਬਹੁਤੀ ਗਿਣਤੀ ਵਿੱਚ ਖਲੋਤੇ ਹਨ। ਬੜੇ ਬੇਗ ਤੇ ਮਾਰ ਕੇ ਇੱਕ ਭੱਟ ਅਰ ਗੋਰਾ। ਕਹਿਣ ਲੱਗੇ ਬੜੀ ਤੇਜ਼ੀ ਦੇ ਨਾਲ ਇਹ ਗੋਲਾ ਉੱਥੇ ਜਾ ਕੇ ਡਿੱਗਾ, ਤੇ ਗੋਲਾ ਵੱਜਣ ਦੇ ਨਾਲ ਕਈ ਸੂਰਮੇ ਤੇ ਕਈ ਘੋੜੇ ਜਿਹੜੇ ਮਰ ਗਏ ਹਨ। ਗਿਰਿਓ ਹੇਰੇ ਅਰ ਗਨ ਭਜੇ ਇਤ ਉਤ ਕੋ ਹੋਏ। ਜਦੋਂ ਗੋਲਾ ਡਿੱਗਣ ਦੀ ਢੇਰ ਹੈ, ਕਹਿਣ ਲੱਗੇ ਗੋਲਾ ਡਿੱਗਿਆ, ਕਈ ਸੂਰਮੇ ਮਰ ਕੇ ਧਰਤੀ ਤੇ ਡਿੱਗੇ, ਤੇ ਕਈ ਉਸ ਵੇਲੇ ਡਿੱਗਦਿਆਂ ਨੂੰ ਵੇਖ ਕੇ ਦੌੜ ਗਏ, ਭੱਜ ਗਏ ਹਨ। ਵਿਜੈ ਹੋਏ ਸਤਿਗੁਰੂ ਕੀ ਬੋਲੇ ਸਭ ਕੋਏ। ਸਾਰੇ ਆਖਦੇ ਸਤਿਗੁਰੂ ਇਹਦੇ ਵਿੱਚ ਵਿਜੈ ਹੋਣਗੇ, ਸਤਿਗੁਰੂ ਇਹਦੇ ਵਿੱਚ ਜਿੱਤ ਪ੍ਰਾਪਤ ਕਰ ਜਾਣਗੇ। ਉਨ ਬਰੂਦ ਗੋਲਾ ਕਸਿਓ ਤਤਕਾਲ ਚਲਾਈ। ਗੁਰੂ ਕੇ ਸਿੱਖ ਨੇ ਦੁਬਾਰਾ ਫਿਰ ਉਸ ਲੱਕੜ ਦੇ ਖੋਲ ਦੇ ਵਿੱਚ ਪਾ ਕੇ ਬਰੂਦ, ਕੁਝ ਇੱਟਾਂ ਤੇ ਰੋੜੇ ਪਾ ਕੇ ਗੁਰੂ ਹੁਕਮ ਨਾਲ ਦੁਬਾਰਾ ਫਿਰ ਇਸ ਨੂੰ ਚਲਾਇਆ ਹੈ। ਜਹ 71 ਗਨ ਸੂਰਮੇ ਤਿਤ ਦੀਏ ਵਿੱਚ ਚਲਾਈ। ਜਿੱਥੇ ਦੁਸ਼ਮਣ ਸੂਰਮੇ ਬਹੁਤੇ ਇਕੱਠੇ ਹੋ ਕੇ ਖਲੋਤੇ ਸਨ, ਉਹਨਾਂ ਨੂੰ ਵੇਖ ਕੇ ਤੱਕ ਕੇ ਉਹਨਾਂ ਦੇ ਵੱਲ ਚਲਾਇਆ ਹੈ। ਬਿਸਮੈ ਗਿਰਪਤ ਦੇ ਕੈ ਇਹ ਅਜਬ ਤਮਾਸ਼ਾ। ਜਦੋਂ ਗੁਰੂ ਕੇ ਸਿੱਖ ਇਸ ਤਰ੍ਹਾਂ ਲੱਕੜ ਦੇ ਖੋਲ ਨੂੰ ਕਹਿਣ ਲੱਗੇ ਤੋਪ ਦੇ ਵਾਂਗ ਵਰਤਦੇ ਨੇ, ਪਹਾੜੀ ਰਾਜੇ ਵੇਖ ਕੇ ਹੈਰਾਨ ਹੋ ਗਏ, ਇਹਨਾਂ ਕੋਲ ਤੋਪ ਕਿੱਥੋਂ ਆਈ ਹੈ? ਜੰਗ ਮੈਦਾਨ ਦੇ ਵਿੱਚ ਸਾਡੇ ਕੋਲ ਤੇ ਤੋਪ ਨਹੀਂ ਹੈ ਚਲਾਉਣ ਵਾਸਤੇ। ਮਹਾਰਾਜ ਦੇ ਸੂਰਮਿਆਂ ਨੇ ਤੋਪ ਦਾ ਵੀ ਪ੍ਰਬੰਧ ਕਰ ਲਿਆ। ਪਹਾੜੀ ਰਾਜੇ ਚੱਲਦੀ ਤੋਪ ਵੇਖ ਕੇ ਬੜੇ ਹੈਰਾਨ ਹੋਏ ਹਨ। ਤੋਪ ਚਲੀ ਬੜ ਕਾਠ ਕੀ ਸੁਭਟ ਬਿਨਾਸ਼ਾ। ਉਸ ਵੇਲੇ ਕਿਸੇ ਨੇ ਜਾ ਕੇ ਦੱਸਿਆ, ਇਹ ਸੱਚੀ ਮੁੱਚੀ ਦੀ ਤੋਪ ਨਹੀਂ ਹੈ, ਇਹ ਤੇ ਲੱਕੜ ਦਾ ਵੱਡਾ ਖੋਲ ਹੈ। ਲੱਕੜ ਨੂੰ ਖੋਲ ਦੇ ਰੂਪ ਵਿੱਚ ਰੱਖ ਕੇ ਇਹਨਾਂ ਨੇ ਉੱਚੀ ਥਾਂ ਤੇ ਉਹਦੇ ਵਿੱਚ ਰੋੜੇ ਤੇ ਇੱਟਾਂ ਤੇ ਕੁਝ ਬਰੂਦ ਭਰ ਕੇ ਤੋਪ ਦਾ ਕੰਮ ਲਿਆ ਹੈ, ਜਿਹੜੀ ਚੱਲਦੀ ਤੇ ਕਈਆਂ ਨੂੰ ਨਾਸ ਕਰਦੀ ਹੈ। ਇਹ ਖਬਰ ਕਹਿਣ ਲੱਗੇ ਪਹਾੜੀ ਰਾਜਿਆਂ ਕੋਲ ਪਹੁੰਚੀ ਹੈ। ਸਾਹਿਬ ਚੰਦ ਬਿਲੰਦ ਬਲ ਗੁਰਵੀਰ ਵਿਸਾਲਾ। ਗੁਰੂ ਪਾਤਸ਼ਾਹ ਦਾ ਸੂਰਮਾ ਨਾਮ ਹੈ ਭਾਈ ਸਾਹਿਬ ਚੰਦ, ਬਹੁਤ ਵੱਡਾ ਬਲੀ ਹੈ। ਵਧੇ ਪਠਾਨ ਬਿਲੋਕ ਕਹਿ ਬੋਲਿਓ ਤਿਸ ਕਾਲਾ। ਇਹਨੇ ਚਿਰ ਨੂੰ ਪਠਾਨ ਕਹਿੰਦੇ ਵੱਧ ਕੇ ਤੁਰੇ ਆਉਂਦੇ, ਜੰਗ ਦੇ ਮੈਦਾਨ ਦੇ ਵਿੱਚ ਅੱਗੇ ਅੱਗੇ ਤੁਰੇ ਆਉਂਦੇ, ਉਹਨਾਂ ਨੂੰ ਵੇਖ ਕੇ ਭਾਈ ਸਾਹਿਬ ਚੰਦ ਬੋਲੇ ਹਨ, ਪ੍ਰਭ ਜੀ ਆਗਿਆ ਦੇਵ ਹੋ ਮੁਝ ਉਮੜੇ ਤੇ ਆਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ ਮੈਨੂੰ ਆਗਿਆ ਦੇਵੋ। ਇਹ ਮਹਾਰਾਜ ਜੀਆਂ ਦਾ ਭਰਾ ਹੀ ਲੱਗਦਾ ਰਿਸ਼ਤੇਦਾਰੀ ਵਿੱਚੋਂ। ਭਾਈ ਸਾਹਿਬ ਚੰਦ ਬੋਲੇ, ਮਹਾਰਾਜ ਦੁਸ਼ਮਣ ਅੱਗੇ ਵੱਧ ਕੇ ਤੁਰਿਆ ਆਉਂਦਾ, ਆਪ ਜੀ ਮੈਨੂੰ ਥਾਪੜਾ ਦੇਵੋ, ਮੈਂ ਵੱਧਦੇ ਹੋਏ ਦੁਸ਼ਮਣ ਨੂੰ ਅੱਗੇ ਜਾ ਕੇ ਰੋਕਣਾ ਕਰਾਂ। ਪੰਚੋ ਭਰਾਤਾ ਉਤਖਰੇ ਸੰਗਰਾਮ ਮਚਾਵੇ। ਕਿਉਂਕਿ ਮਹਾਰਾਜ ਜੀਆਂ ਦੇ 5 ਭਰਾ ਜਿਹੜੇ ਸਨ ਨਾ, ਭਾਈ ਸੰਗੋ ਸ਼ਾਹ ਹੋਣੀ, ਭਾਈ ਮਾਹਰੀ ਚੰਦ ਹੋਣੀ, ਇਹ ਭੂਆ ਦੇ ਪੁੱਤਰ, ਇਹ ਇੱਕ ਪਾਸੇ ਖਲੋਤੇ ਹੋਏ ਜੰਗ ਦੇ ਵਿੱਚ ਲੜ ਕੇ ਦੁਸ਼ਮਣ ਨੂੰ ਪਿੱਛੇ ਮੋੜਦੇ ਪਏ ਹਨ। ਫਤਿਹ ਸ਼ਾਹ ਕੀ ਚਮੂੰਗਨ ਓਰੜ ਇਹ ਆਈ। ਚਿਰ ਨੂੰ ਫਤਿਹ ਸ਼ਾਹ ਰਾਜੇ ਦੀ ਬਹੁਤ ਵੱਡੀ ਫੌਜ ਜਿਹੜੀ ਹੈ ਇਕੱਠੀ ਹੋ ਕੇ ਗੁਰੂ ਕੇ ਖਾਲਸੇ ਦੇ ਉੱਪਰ ਪੈ ਗਈ ਹੈ। ਗੁਲਕਾਂ ਤੋਂ ਮਰ ਤੀਰ ਕੀ ਬੜ ਮਾਰ ਮਚਾਈ। ਇਸ ਫੌਜ ਨੇ ਬਹੁਤ ਜ਼ਿਆਦੀਆਂ ਗੋਲੀਆਂ ਚਲਾਈਆਂ, ਬਰਸ਼ੇ ਚਲਾਏ, ਤੀਰਾਂ ਦੀ ਬਹੁਤ ਵੱਡੀ ਮਾਰ ਕੀਤੀ ਹੈ। ਜਥੇਦਾਰ ਤੇ ਸਤਿਗੁਰੂ ਸੁਣ ਕਰ ਲਲਕਾਰਾ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਦੋਂ ਸੁਣੇ ਨਾ ਬਚਨ, ਤੇ ਸਤਿਗੁਰੂ ਪਾਤਸ਼ਾਹ ਨੇ ਆਗਿਆ ਦਿੱਤੀ, ਫਿਰ ਭਾਈ ਸਾਹਿਬ ਚੰਦ ਜੀਆਂ ਨੇ ਉਹਨਾਂ ਨੂੰ ਲਲਕਾਰਿਆ ਉਸ ਵੇਲੇ ਆਉਂਦੇ ਹੋਏ ਸੂਰਮੇ ਨੂੰ। ਲਿਹੋ ਸੰਗ ਗਨ ਵੀਰ ਕੋ ਰਨ ਕਰੋ ਉਦਾਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਸਾਹਿਬ ਚੰਦ ਜੀ ਲੈ ਲਓ ਨਾਲ ਆਪਣੇ ਵੱਡੀ ਫੌਜ, ਤੇ ਫਿਰ ਦੁਸ਼ਮਣ ਨੂੰ ਜੰਗ ਕਰਕੇ ਵਿਖਾਉਣਾ ਕਰੋ। ਇਤ ਦਿਸ਼ ਹਵੈ ਕਰ ਹੇਲ ਕਰ ਤਜ ਪੁੰਜ ਤਫੰਗੇ। ਇਧਰੋਂ ਭਾਈ ਸਾਹਿਬ ਸਿੰਘ ਜੀਆਂ ਨੇ, ਭਾਈ ਸਾਹਿਬ ਚੰਦ ਜੀਆਂ ਨੇ ਆਗਿਆ ਲੈ ਕੇ ਕਹਿਣ ਲੱਗੇ ਬਹੁਤ ਜ਼ਿਆਦੀਆਂ ਬੰਦੂਕਾਂ ਚਲਾਈਆਂ ਹਨ। ਵਧੇ ਆਏ ਰੋਕੋ ਇਨ ਗੇਰੋ ਵਿੱਚ ਜੰਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਿਹੜਾ ਦੁਸ਼ਮਣ ਅੱਗੇ ਵੱਧ ਕੇ ਤੁਰਿਆ ਆਉਂਦਾ, ਭਾਈ ਸਾਹਿਬ ਚੰਦ ਜੀ
ਗੋਲੀਆਂ ਚਲਾ ਕੇ ਵੱਧਦੇ ਹੋਏ ਦੁਸ਼ਮਣ ਨੂੰ ਰੋਕਣਾ ਕਰੋ। ਆਗਿਆ ਸੁਨ ਸਤਿਗੁਰੂ ਕੀ ਸਾਹਿਬ ਚੰਦ ਚਾਲਾ। ਸਤਿਗੁਰੂ ਪਾਤਸ਼ਾਹ ਦੀ ਆਗਿਆ ਪਾ ਕੇ ਭਾਈ ਸਾਹਿਬ ਚੰਦ ਜੀ ਉਸ ਵੇਲੇ ਜੰਗ ਲੜਨ ਵਾਸਤੇ ਫਿਰ ਗੁਰਮੁਖੋ ਅੱਗੇ ਨੂੰ ਚੱਲੇ ਹਨ। ਭਈ ਤੜਾ ਭੜ ਤੁਪਕ ਕੀ ਇੱਕ ਬਾਰ ਵਿਸਾਲਾ। ਤੇ ਜਦੋਂ ਫਿਰ ਬੰਦੂਕਾਂ ਵਿੱਚੋਂ ਗੋਲੀਆਂ ਚੱਲੀਆਂ, ਕੜ ਦੀ ਆਵਾਜ਼, ਤੜ ਦੀ ਆਵਾਜ਼, ਇੱਕੇ ਵਾਰੀ ਬੰਦੂਕਾਂ ਵਿੱਚੋਂ ਗੋਲੀਆਂ ਚੱਲਦੀਆਂ, ਜਿਸ ਤਰ੍ਹਾਂ ਬੱਦਲਾਂ ਦੇ ਵਿੱਚ ਬਿਜਲੀ ਗੱਜਦੀ ਹੈ, ਕਹਿਣ ਲੱਗੇ ਇਸ ਤਰ੍ਹਾਂ ਦਾ ਆਵਾਜ਼ ਇਹਨਾਂ ਬੰਦੂਕਾਂ ਵਿੱਚੋਂ ਗੋਲੀਆਂ ਚੱਲਣ ਕਰਕੇ ਆਉਂਦਾ ਹੈ। ਬਾਣ ਪਰਹਾਰੇ ਐਂਚ ਧਨ ਹੇਲਾ ਵੱਡ ਘਾਲਾ। ਗੁਰੂ ਕਿਹਾ ਸਿੱਖਾਂ ਨੇ ਰੱਖ ਕੇ ਕਮਾਨ ਦੇ ਵਿੱਚ ਤੀਰ ਤੇ ਬੜੇ ਖਿੱਚ ਕੇ ਕੰਨ ਦੇ ਤੱਕ ਕਹਿਣ ਲੱਗੇ ਉਸ ਵੇਲੇ ਛੱਡੇ ਹਨ। ਹਾਲ ਚਲੇ ਗਨ ਖਾਨ ਤਬ ਪਿੱਖ ਜੰਗ ਕਰਾਲਾ। ਇਹ ਜਿਹੜੇ ਪਠਾਨ ਅੱਗੇ ਵਧੇ ਆਉਂਦੇ ਸਨ, ਭਾਈ ਸਾਹਿਬ ਚੰਦ ਦਾ ਤੇ ਉਹਦੇ ਨਾਲ ਦੇ ਸੂਰਮਿਆਂ ਦਾ ਐਸਾ ਜੰਗ ਵੇਖ ਕੇ ਪਠਾਨਾਂ ਦੇ ਪੈਰ ਉਖੜ ਗਏ, ਪਿੱਛੇ ਨੂੰ ਭੱਜਣਾ ਚਾਹੁੰਦੇ, ਮੁੜਨਾ ਚਾਹੁੰਦੇ। ਐਸਾ ਭਿਆਨਕ ਜੰਗ ਗੁਰੂ ਕੇ ਸਿੱਖ ਨੇ ਕੀਤਾ ਹੈ। ਕਾਇਲ ਹਵੈ ਗਿਰ ਪਰੈ ਨਹਿ ਬਲ ਸੰਭਾਰੇ। ਜਿਹੜੇ ਅੱਗੇ ਵਧੇ ਉਹ ਜ਼ਖਮੀ ਹੋ ਕੇ ਧਰਤੀ ਤੇ ਡਿੱਗਦੇ ਨੇ। ਹੁਣ ਸਰੀਰ ਵਿੱਚ ਇੰਨਾ ਬਲ ਨਹੀਂ ਰਹਿ ਗਿਆ ਕਿ ਮੈਂ ਆਪਣੇ ਆਪ ਨੂੰ ਕਿਵੇਂ ਨਾ ਕਿਵੇਂ ਸਮੇਟ ਕੇ ਪਿੱਛੇ ਮੁੜ ਜਾਵਾਂ। ਪਿੱਛੇ ਮੁੜਨ ਦੀ ਵੀ ਹਿੰਮਤ ਨਹੀਂ ਰਹਿ ਗਈ ਹੈ, ਜ਼ਖਮੀ ਹੋ ਕੇ ਧਰਤੀ ਤੇ ਡਿੱਗਦੇ ਪਏ ਹਨ। ਮ੍ਰਿਤ ਕੇ ਕਾਤੁਰ ਡਰ ਭਜੇ ਮਰ ਗਏ ਬਿਨ ਮਾਰੇ। ਪਰ ਜਿਹੜੇ ਮੌਤ ਤੋਂ ਡਰਦੇ ਸਨ, ਇਹ ਤੇ ਉਹ ਨੇ ਨਾ ਜਿਹੜੇ ਅੱਗੇ ਵਧੇ ਤੇ ਜ਼ਖਮੀ ਹੋ ਕੇ ਡਿੱਗ ਪਏ। ਕੁਝ ਉਹ ਸਨ ਜਿਹੜੇ ਜ਼ਖਮੀਆਂ ਨੂੰ ਵੇਖ ਕੇ ਪਹਿਲਾਂ ਹੀ ਭੱਜ ਗਏ, ਅਸੀਂ ਅੱਗੇ ਹੋ ਕੇ ਕਿਉਂ ਮਰੀਏ। ਤੇ ਮਰਦਿਆਂ ਨੂੰ ਵੇਖ ਕੇ ਕਈ ਜਿਹੜੇ ਕਾਇਰ ਸਨ, ਡਰਪੋਕ, ਬੁਜਦਲ, ਉਹ ਪਹਿਲਾਂ ਹੀ ਸਿਰ ਤੇ ਪੈਰ ਰੱਖ ਕੇ ਭੱਜ ਖਲੋਤੇ ਹਨ। ਭੀਖਨ ਖਾਨ ਦੇਖਿਓ ਤਬੈ ਗਨ ਖਾਨ ਪਲਾਏ। ਭੀਖਨ ਖਾਨ ਇਹ ਜਰਨੈਲ ਹੈ ਜਿਹੜਾ ਨਮਕ ਹਰਾਮੀ ਬਣਿਆ ਸੀ। ਇਸ ਨੇ ਵੇਖਿਆ ਵੀ ਮੇਰੀ ਫੌਜ ਦੇ ਪਠਾਨ ਤੇ ਜੰਗ ਦੇ ਵਿੱਚੋਂ ਭੱਜੇ ਜਾਂਦੇ ਹਨ। ਗੁਰ ਕੋ ਦਲ ਉਮੜਿਓ ਅਦਕ ਆਵਤ ਅਗਵਾਏ। ਇਸ ਨੇ ਵੇਖਿਆ ਵੀ ਮਹਾਰਾਜ ਸਾਹਿਬ ਜੀਆਂ ਦੇ ਸੂਰਮੇ ਜੰਗ ਮੈਦਾਨ ਦੇ ਵਿੱਚ ਬੜਾ ਪ੍ਰਭਾਵ ਪਾ ਕੇ ਤੇ ਮੈਦਾਨ ਤੋਂ ਅੱਗੇ ਵੱਧਦੇ ਆਉਂਦੇ ਹਨ। ਭਟ ਹਿਆਤ ਖਾਮ ਮਰ ਗਿਓ ਕੁਛ ਸਰਿਓ ਨਾ ਕੰਮ। ਤੇ ਮਨ ਵਿੱਚ ਸੋਚਦਾ ਵੀ ਇੱਕ ਮੇਰਾ ਜਰਨੈਲ ਨਾਮ ਹੈ ਹਿਆਤ ਖਾਨ, ਉਹ ਗੁਰੂ ਕੇ ਇੱਕ ਸਾਧ ਨਹੀਂ ਮਾਰ ਦਿੱਤਾ ਡੰਡਾ ਮਾਰ ਕੇ, ਉਹਦੇ ਕੋਲੋਂ ਵੀ ਜੰਗ ਦੇ ਵਿੱਚ ਬਹੁਤੀ ਕੋਈ ਗੱਲ ਸਰੀ ਬਣੀ ਨਹੀਂ ਹੈ। ਸਾਧ ਕਹਾਂ ਵਪਰੋਹ ਤੋ ਜਿਨ ਪਠ ਜਮ ਧਾਮਾ। ਇਹ ਵਿਚਾਰਾ ਸਾਧ ਕੀ ਸੀ? ਇਹ ਜਿਹੜਾ ਪਠਾਨ ਹੈ ਨਾ ਭੀਖਨ ਖਾਨ, ਇਹ ਸੋਚਦਾ ਪਿਆ ਮੇਰਾ ਐਡਾ ਵੱਡਾ ਜਰਨੈਲ ਜਿਹਨੇ ਕਈ ਜੰਗਾਂ ਜਿੱਤੀਆਂ ਤੇ ਲੜੀਆਂ ਵੀ ਨੇ ਜਿੱਤੀਆਂ ਵੀ ਨੇ, ਮਹਾਰਾਜ ਦਾ ਇੱਕ ਸਾਧ ਆਇਆ ਉੱਠ ਕੇ ਹੱਥ ਵਿੱਚ ਡੰਡਾ ਲੈ ਕੇ ਤੇ ਉਹ ਸਾਧ ਮੇਰੇ ਜਰਨੈਲ ਨੂੰ ਮਾਰ ਗਿਆ। ਇਹ ਸਾਧ ਵਿਚਾਰਾ ਕੀ ਸੀ ਜਿਸ ਨੇ ਮੇਰੇ ਏਡੇ ਵੱਡੇ ਸੂਰਮਿਆਂ ਨੂੰ ਮਾਰਿਆ ਹੈ। ਗੀਦੀ ਕਿਮ ਭਾਜਤ ਚਲੇ ਕੁਲਕਾਨ ਵਿਚਾਰੋ। ਉਸ ਵੇਲੇ ਫਿਰ ਲਲਕਾਰਿਆ ਇਸ ਭੀਖਨ ਖਾਨ ਨੇ ਆਪਣੀ ਫੌਜ ਨੂੰ, ਕਹਿਣ ਲੱਗਾ ਉਹ ਗਿੱਦੜੋ ਕਾਇਰੋ, ਕਿੱਧਰ ਨੂੰ ਭੱਜ ਕੇ ਤੁਰੇ ਜਾਂਦੇ ਜੇ? ਜੰਗ ਦਾ ਮੈਦਾਨ ਛੱਡ ਕੇ ਭੱਜੋਗੇ ਲੋਕੀ ਲਾਹਨਤਾਂ ਪਾਉਣਗੇ। ਹੁਣ ਤੇ ਭੱਜਿਆਂ ਵੀ ਗੱਲ ਨਹੀਂ ਬਣਨੀ ਹੈ। ਕਾਇਰ ਨਾ ਬਣੋ, ਡਰਪੋਕ ਨਾ ਬਣੋ, ਭੱਜੋ ਨਾ ਮੈਦਾਨ ਦੇ ਵਿੱਚੋਂ, ਸਾਹਮਣੇ ਹੋ ਕੇ ਜੰਗ ਕਰਨਾ ਕਰੋ। ਹਿਲਾ ਘਾਲੋ ਸਮੁਖ ਗੁਰ ਕਰੋ ਜੀਵਤ ਹਾਰੋ। ਸੋ ਇਸ ਕਰਕੇ ਗੁਰੂ ਪਾਤਸ਼ਾਹ ਦੇ ਸਾਹਮਣੇ ਜੰਗ ਕਰੋ, ਜਿਉਂਦੇ ਹੋਏ ਤੇ ਨਾ ਹਾਰੋ। ਮਰ ਕੇ ਹਾਰ ਗਿਆ ਤੇ ਵੱਖਰੀ ਗੱਲ ਹੈ, ਪਰ ਜਿਉਂਦਿਆਂ ਨਾ ਹਾਰ ਮੰਨੋ। ਜਿਹੜਾ ਜੰਗ ਮੈਦਾਨ ਵਿੱਚੋਂ ਭੱਜੇ ਜਾਂਦੇ ਹੋ, ਦੌੜੇ ਜਾਂਦੇ ਹੋ, ਇਹ ਤੇ ਸਿੱਧੀ ਸਾਫ਼ ਗੱਲ ਇਹ ਹੈ ਵੀ ਤੁਸੀਂ ਜਿਉਂਦਿਆਂ ਹੀ ਜੰਗ ਹਾਰਨ ਦਾ ਫੈਸਲਾ ਕਰ ਲਿਆ। ਜਿਉਂਦਿਆਂ ਜੰਗ ਨਾ ਹਾਰੋ, ਜਿਉਂਦਿਆਂ ਜੰਗ ਨੂੰ ਕਰਨਾ ਕਰੋ। ਗਈ ਪਠਾਨੋ ਆਨ ਅਬ ਐਸਨ ਤੇ ਹਾਰਾ। ਕਹਿਣ ਲੱਗੇ ਪਠਾਨੋ ਆਪਣੀ ਇੱਜ਼ਤ ਚਲੇ ਜਾਣੀ ਹੈ। ਕਿਵੇਂ ਜਾਏਗੀ? ਲੋਕਾਂ ਨੇ ਆਖਣਾ ਵੀ ਸਾਧਾਂ ਕੋਲੋਂ ਫੌਜ ਹਾਰ ਗਈ ਹੈ। ਫੌਜਾਂ ਤੇ ਫੌਜਾਂ ਨਾਲ ਲੜਦੀਆਂ ਨੇ, ਹਾਰਦੀਆਂ ਤੇ ਜਿੱਤਦੀਆਂ ਨੇ, ਪਰ ਜਦੋਂ ਦੁਨੀਆ ਨੂੰ ਪਤਾ ਲੱਗੇਗਾ ਵੀ ਬਾਹਰ ਆਏ ਕੋਲ ਤੇ ਸਾਧ ਸਨ, ਉਹ ਵੀ ਡੰਡੇ ਫੜ ਕੇ ਲੜਨ ਵਾਲੇ, ਤੇ ਪਠਾਨ ਸਨ ਕਈ ਜੰਗ ਜੇਤੂ। ਉਹ ਜੰਗ ਜੇਤੂ ਪਠਾਨ ਜਿਹੜੇ ਨੇ ਜੰਗ ਵੀ ਹਾਰ ਗਏ ਤੇ ਭੱਜ ਵੀ ਗਏ ਮੈਦਾਨ ਵਿੱਚੋਂ। ਤੇ ਦੁਨੀਆ ਦੇ ਵਿੱਚ ਜਦੋਂ ਇਹ ਗੱਲ ਫੈਲੇਗੀ, ਦੁਨੀਆ ਨੂੰ ਕੀ ਮੂੰਹ ਵਿਖਾਓਗੇ, ਕੀ ਆਖੋਗੇ ਵੀ ਸਾਧਾਂ ਕੋਲੋਂ ਫੌਜ ਹਾਰ ਗਈ ਹੈ? ਇਸ ਗੱਲ ਨੂੰ ਵਿਚਾਰੋ, ਥੋੜੀ ਸ਼ਰਮ ਕਰਨੀ ਕਰੋ। ਹਸੈ ਪਹਾੜੀ ਵੀਰ ਸਭ ਕਸਰੀ ਨਕਾਰਾ। ਇਹ ਜਿਹੜੇ ਪਹਾੜੀਏ ਨੇ, ਫਤਿਹ ਸ਼ਾਹ ਦੀ ਫੌਜ, ਇਹ ਵੀ ਹੱਸੇਗੀ ਵੀ ਪਠਾਨ ਕਹਿੰਦੇ ਸਨ ਵੀ ਅਸੀਂ ਤੇ ਬੜੇ ਵੱਡੇ ਸੂਰਮੇ ਆ, ਅਸੀਂ ਤੇ ਬੜੀਆਂ ਜੰਗਾਂ ਜਿੱਤੀਆਂ, ਪਰ ਜਦੋਂ ਜੰਗ ਦੇ ਮੈਦਾਨ ਵਿੱਚੋਂ ਤੁਹਾਨੂੰ ਭੱਜਦਿਆਂ ਨੂੰ ਲੋਕ ਵੇਖਣਗੇ, ਇਹ ਪਹਾੜੀਏ ਵੀ ਤੁਹਾਡੇ ਤੇ ਹੱਸਣਗੇ, ਤੁਹਾਡੇ ਤੇ ਮਖੌਲ ਕਰਨਗੇ ਵੀ ਇਹ ਜੰਗ ਦੇ ਮੈਦਾਨ ਨੂੰ ਛੱਡ ਕੇ ਦੌੜੇ ਹਨ। ਇਮ ਵਿਚਾਰ ਭੀਖਨ ਹਿਰਦੈ ਚਪਲਾਏ ਤੁਰੰਗ। ਕਹਿਣ ਲੱਗੇ ਵੀ ਇਸ ਤਰ੍ਹਾਂ ਭੀਖਨ ਖਾਨ ਦੇ ਹਿਰਦੇ ਵਿੱਚ ਵਿਚਾਰ ਕੇ ਵੇਖਿਆ ਮੇਰੀ ਫੌਜ ਨੇ ਖੜਨਾ ਨਹੀਂ ਹੈ। ਆਪਣੇ ਘੋੜੇ ਨੂੰ ਅੱਡੀ ਲਾ ਕੇ ਆ ਮੈਦਾਨ ਵਿੱਚ ਆਇਆ ਵੀ ਮੇਰੇ ਬਿਨਾਂ ਤੇ ਫੌਜ ਮੇਰੀ ਦੌੜਦੀ ਜਾਂਦੀ ਹੈ,
ਨਾਲੇ ਆਪਣੇ ਭਾਈ ਦੇ ਜਾਂਦੇ ਸਿਪਾਹੀਆਂ ਨੂੰ ਲਲਕਾਰਿਆ, ਨਾਲੇ ਫਿਰ ਉਹਨਾਂ ਦਾ ਅਗਵਾਈ ਕਰਦਿਆਂ ਹੋਇਆਂ ਮੋਹਰੀ ਬਣ ਕੇ ਆਪ ਜੰਗ ਮੈਦਾਨ ਵਿੱਚ ਪਹੁੰਚਾ ਹੈ। ਸੰਗ ਨਜਾਬਤ ਖਾਨ ਕਉ ਲੈ ਕਹਿਓ ਤੰਗਾ। ਤੇ ਕਹਿਣ ਲੱਗੇ ਨਾਲ ਇਸ ਨੇ ਨਜਾਬਤ ਖਾਨ ਨੂੰ ਲਿਆ। ਇਹ ਤਿੰਨ ਜਰਨੈਲ ਸਨ ਜਿਹੜੇ ਮਹਾਰਾਜ ਨੂੰ ਦਗਾ ਦੇ ਕੇ ਆਏ ਸਨ। ਇੱਕ ਦਾ ਨਾਮ ਸੀ ਹਯਾਤ ਖਾਨ, ਉਹ ਤੇ ਮਾਰਿਆ ਗਿਆ। ਹੁਣ ਦੂਜਾ ਰਹਿ ਗਿਆ ਭੀਖਣ ਖਾਂ। ਇਹ ਜੰਗ ਵਿੱਚ ਆਇਆ ਤੇ ਇਹਨੇ ਸੋਚਿਆ ਵੀ ਮੈਂ ਕਿਉਂ ਇਕੱਲਾ ਜਾਵਾਂ, ਮੈਂ ਤੀਜੇ ਜਰਨੈਲ ਨੂੰ ਵੀ ਨਾਲ ਹੀ ਲੈ ਕੇ ਚੱਲਾਂ। ਉਹਦਾ ਨਾਮ ਸੀ ਨਜਾਬਤ ਖਾਨ। ਉਹਨੂੰ ਨਾਲ ਲੈ ਕੇ ਆਇਆ, ਬੜੀ ਉੱਚੀ ਆਵਾਜ਼ ਦੇ ਵਿੱਚ ਸੁਣਾ ਕੇ ਉਸ ਨੂੰ ਕਹਿਣ ਲੱਗਾ ਇਕੱਠੇ ਕਰੇ ਗਵਾਰ ਗਨ ਹੀਰੇ ਤੁਮ ਪਾਛੇ। ਕਹਿਣ ਲੱਗੇ ਇਹ ਮਹਾਰਾਜ ਨੇ ਪਤਾ ਨਹੀਂ ਕਿੱਥੋਂ ਮੂਰਖ ਲਿਆ ਕੇ ਇਕੱਠੇ ਕਰ ਲੈ, ਜਿਹੜੇ ਜੰਗ ਦੇ ਵਿੱਚੋਂ ਪਿੱਛੇ ਹੀ ਨਹੀਂ ਹਟਦੇ ਪਏ। ਮਹਾਰਾਜ ਦੇ ਸੂਰਮੇ ਨਾਲੇ ਤੇ ਲੜਦੇ ਪਏ ਨੇ, ਨਾਲੇ ਇਹਨਾਂ ਨੂੰ ਮਾਰਦੇ ਪਏ। ਅਜੇ ਵੀ ਮਹਾਰਾਜ ਦੇ ਸੂਰਮਿਆਂ ਨੂੰ ਇਹ ਮੂਰਖ ਹੀ ਦੱਸਦਾ। ਮਹਾਰਾਜ ਨੇ ਪਤਾ ਨਹੀਂ ਕਿੱਥੋਂ ਇਹੋ ਜਿਹੇ ਮੂਰਖ ਇਕੱਠੇ ਕਰਕੇ ਜੰਗ ਵਿੱਚ ਲਾਏ ਹਨ। ਹਥਿਆਰਨ ਕੋ ਪਕੜਨੋ ਨ ਆਵਤ ਆਛੇ। ਮੈਂ ਤੇ ਵੇਖਦਾ ਪਿਆ ਇਹਨਾਂ ਨੂੰ ਤੇ ਤਲਵਾਰ ਵੀ ਨਹੀਂ ਫੜਨੀ ਆਉਂਦੀ ਹੈ, ਚਲਾਉਣੀ ਤੇ ਦੂਰ ਦੀ ਗੱਲ। ਹੁਣ ਇੱਕ ਸਾਧ ਜੇ ਡੰਡਾ ਲੈ ਕੇ ਜਾਂਦਾ ਪਿਆ ਜੰਗ ਮੈਦਾਨ ਦੇ ਵਿੱਚ, ਇਹਦਾ ਭਾਵ ਤੇ ਇਹੋ ਹੀ ਹੈ ਨਾ ਵੀ ਸਾਧ ਨੂੰ ਡੰਡੇ ਬਿਨਾਂ ਕੁਝ ਨਹੀਂ ਆਉਂਦਾ। ਇਹ ਪਠਾਨ ਜਰਨੈਲ ਹੈਰਾਨ ਹੈ, ਮਹਾਰਾਜ ਦੇ ਸੂਰਮਿਆਂ ਨੂੰ ਤੇ ਡੰਡਾ ਹੀ ਚਲਾਉਣਾ ਆਉਂਦਾ ਹੈ। ਜਿਨ੍ਹਾਂ ਨੇ ਹੱਥ ਵਿੱਚ ਤਲਵਾਰਾਂ ਫੜੀਆਂ ਨੇ, ਤਲਵਾਰ ਉਹਨਾਂ ਵੀ ਨੂੰ ਕੋਈ ਨਹੀਂ ਚਲਾਉਣੀ ਆਉਂਦੀ ਹੈ। ਹਥਿਆਰ ਇਹਨਾਂ ਨੂੰ ਚਲਾਉਣਾ ਕੋਈ ਨਹੀਂ ਆਉਂਦਾ, ਤਲਵਾਰ ਇਹਨਾਂ ਨੂੰ ਫੜਨੀ ਨਹੀਂ ਆਉਂਦੀ ਹੈ। ਇਹ ਨਹੀਂ ਸਮਝ ਲੱਗਦੀ ਇਹਨਾਂ ਨੂੰ ਬਲ ਕਿੱਥੋਂ ਮਿਲਿਆ, ਇਹਨਾਂ ਨੂੰ ਤਾਕਤ ਕਿੱਥੋਂ ਮਿਲੀ ਹੈ। ਇਹ ਜੰਗ ਦੇ ਮੈਦਾਨ ਦੇ ਵਿੱਚ ਕਿਵੇਂ ਵੱਧਦੇ ਪਏ ਹਨ। ਉੱਚੀ ਭੁਜਾ ਉਸਾਰ ਕਹਿ ਕਰ ਊਚ ਪੁਕਾਰੇ। ਉਸ ਵੇਲੇ ਇਸ ਪਠਾਨ ਨੇ ਉੱਚੀ ਬਾਂਹ ਕਰਕੇ ਨਾ, ਜਿਵੇਂ ਕਿਸੇ ਨੂੰ ਆਵਾਜ਼ ਮਾਰੀ ਦੀ, ਇਹ ਲਲਕਾਰੀ ਦਾ ਉਸ ਵੇਲੇ ਬੋਲਿਆ ਹੈ, ਮੋਰੇ ਭਾਜਤ ਖਾਨ ਗਨ ਠਹਿਰੇ ਤਿਸ ਬਾਰੇ। ਮੇਰੇ ਪਠਾਨ ਭਜਦੇ ਜਾਂਦੇ ਨੇ, ਕਿਵੇਂ ਨਾ ਕਿਵੇਂ ਇਹਨਾਂ ਨੂੰ ਰੋਕਣਾ ਕਰੀਏ। ਸੰਗ ਨਿਜਾਬਤ ਖਾਨ ਲੈ ਧਨ ਕਰ ਧਰਵਾਨਾ। ਗੁਰਮੁਖੋ ਜਦੋਂ ਇਹ ਬਚਨ ਸੁਨੇ ਨਾ ਨਿਜਾਬਤ ਖਾਨ ਨੇ, ਉਹ ਕਹਿਣ ਲੱਗਾ ਕੋਈ ਗੱਲ ਨਹੀਂ, ਮੈਂ ਤੇਰੇ ਸੂਰਮਿਆਂ ਨੂੰ ਵੀ ਰੋਕਦਾ ਤੇ ਆਪ ਵੀ ਜੰਗ ਕਰਨ ਵਾਸਤੇ ਅੱਗੇ ਵਧਦਾ। ਇਸ ਨੇ ਹੱਥ ਵਿੱਚ ਤੀਰ ਕਮਾਨ ਫੜਿਆ ਤੇ ਜੰਗ ਵਾਸਤੇ ਅੱਗੇ ਵਧਿਆ ਹੈ। ਰਿਸ ਕਰ ਕਰ ਮਾਰਤ ਘਨੇ ਪਿੱਖ ਸੁਭਟ ਨਿਸ਼ਾਨਾ। ਇਸ ਤਰ੍ਹਾਂ ਦੁਸ਼ਮਣਾਂ ਨੂੰ ਵੇਖ ਕੇ, ਭਾਵ ਕਿ ਗੁਰੂ ਕਿਆ ਸਿੱਖਾਂ ਨੂੰ ਵੇਖ ਕੇ ਬੜੇ ਗੁੱਸੇ ਦੇ ਨਾਲ ਇਸ ਨੇ ਤੀਰ ਚਲਾਏ ਨਿਜਾਬਤ ਖਾਨ ਨੇ। ਕਿਉਂਕਿ ਵੰਗਾਰਿਆ ਹੈ ਨਾ ਭੀਖਣ ਖਾਨ ਨੇ ਵੀ ਮਹਾਰਾਜ ਦੇ ਸੂਰਮਿਆਂ ਨੂੰ ਤੇ ਸ਼ਸਤਰ ਨਹੀਂ ਫੜਨਾ ਆਉਂਦਾ, ਤੇ ਜੰਗ ਦੇ ਮੈਦਾਨ ਨੂੰ ਉਹਨਾਂ ਨੇ ਮੱਲ ਲਿਆ। ਮੇਰੀ ਫੌਜ ਜੰਗਾਂ ਨੂੰ ਜੇਤੂ ਹੈ, ਇਹ ਅੱਗੇ ਲਾ ਕੇ ਭਜਦੀ ਜਾਂਦੀ ਹੈ। ਨਿਜਾਬਤ ਖਾਨ ਨੇ ਹੌਸਲਾ ਦਿੱਤਾ, ਕਹਿਣ ਲੱਗਾ ਫਿਕਰ ਨਾ ਕਰ, ਮੈਂ ਚੱਲਦਾ ਤੇਰੇ ਨਾਲ, ਤੀਰ ਕਮਾਨ ਲੈ ਕੇ ਮੈਂ ਜੰਗ ਲੜਾਂਗਾ ਅਤੇ ਮਹਾਰਾਜ ਦੇ ਸੂਰਮਿਆਂ ਨੂੰ ਖੁਦੇੜ ਦਿਆਂਗੇ। ਗੁਰਮੁਖੋ ਇਹ ਨਿਜਾਬਤ ਖਾਨ ਕਿਵੇਂ ਆ ਕੇ ਜੰਗ ਕਰਦਾ ਹੈ ਔਰ ਗੁਰੂ ਕੇ ਸੂਰਮੇ ਕਿਵੇਂ ਇਹਦਾ ਸੋਧਾ ਲਾਉਣਗੇ, ਇਤਿਹਾਸ ਆਪਾਂ ਲੜੀ ਨੂੰ ਫਿਰ ਅੱਗੇ ਸ਼ੁਰੂ ਕਰਾਂਗੇ। ਅੱਜ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਮਾਤਾ ਸਾਹਿਬ ਮਾਤਾ ਗੁਜਰੀ ਜੀਆਂ ਦਾ ਇਹ ਜੋ ਸ਼ਹੀਦੀ ਦਿਹਾੜਾ ਹੈ ਨਾ, ਸਾਨੂੰ ਪ੍ਰਾਪਤ ਹੋ ਰਿਹਾ। ਗੁਰੂ ਘਰ ਦੇ ਵਿੱਚ ਜਾਈਏ, ਕੇਵਲ ਮੱਥਾ ਟੇਕਣ ਤੱਕ ਸੀਮਤ ਨਾ ਰਹੀਏ। ਪਰਿਕਰਮਾ ਕਰ ਲਈਆਂ, ਮੱਥਾ ਟੇਕ ਲਿਆ, ਪ੍ਰਸ਼ਾਦ ਲੈ ਲਿਆ, ਇੱਥੋਂ ਤੱਕ ਸੀਮਤ ਨਾ ਰਹੀਏ। ਸਾਨੂੰ ਆਪਣੇ ਵੱਡਿਆਂ ਦਾ, ਬਜ਼ੁਰਗਾਂ ਦਾ, ਸ਼ਹੀਦਾਂ ਦਾ ਇਤਿਹਾਸ ਪਤਾ ਹੋਣਾ ਚਾਹੀਦਾ ਔਰ ਇਤਿਹਾਸ ਨੂੰ ਇੰਨਾ ਧਿਆਨ ਲਾ ਕੇ ਸੁਣੀਏ ਕਿ ਸਾਨੂੰ ਸਾਰੀ ਉਮਰ ਯਾਦ ਰਵੇ। ਸਾਨੂੰ ਕੋਈ ਪੁੱਛ ਲਵੇ ਤੇ ਅਸੀਂ ਦੱਸ ਸਕੀਏ, ਇੰਨਾ ਕੁ ਜ਼ਰੂਰ ਦੱਸ ਸਕੀਏ ਕਿ ਅਸੀਂ ਇਹਨਾਂ ਦਿਨਾਂ ਵਿੱਚ ਕਿਹੜਾ ਇਤਿਹਾਸਕ ਦਿਨ ਹੈ ਔਰ ਕਿਹਨਾਂ ਸ਼ਹੀਦਾਂ ਦਾ ਇਤਿਹਾਸ ਹੈ, ਇਹ ਜਾਣਕਾਰੀ ਸਾਨੂੰ ਰਵੇ। ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀਆਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ। ਕਈ ਤਰ੍ਹਾਂ ਦੇ ਲਾਲਚ ਦੇਣ ਤੋਂ ਮਗਰੋਂ ਕਈ ਤਰ੍ਹਾਂ ਦੇ ਡਰਾਵੇ ਦਿੱਤੇ ਗਏ। ਸਜ਼ਾ ਨਹੀਂ, ਡਰਾਵੇ ਦਿੱਤੇ ਨੇ। ਪਹਿਲਾਂ ਡਰਾਇਆ ਗਿਆ ਵੀ ਡਰ ਜਾਣਗੇ ਤੇ ਭੁੱਖ ਦਾ ਕਸ਼ਟ, ਦੁੱਧ ਪਾਣੀ, ਰੋਟੀ ਪਾਣੀ ਬਿਲਕੁਲ ਬੰਦ ਹੈ। ਠੰਡੀ ਰਾਤ, ਠੰਡੀ ਹਵਾ, ਠੰਡਾ ਬੁਰਜ, ਉਹਦੇ ਵਿੱਚ ਕੈਦ ਕੀਤਾ ਹੋਇਆ। ਗੁਰਮੁਖੋ ਜਦੋਂ ਇਹ ਸਜ਼ਾਵਾਂ ਦੇਣ ਤੋਂ ਉਪਰੰਤ ਵੀ ਗੱਲ ਨਾ ਬਣੀ, ਅੱਜ ਵਜ਼ੀਰ ਖਾਨ ਨੇ ਸਭਾ ਸਜਾਈ ਹੈ, ਕਚਹਿਰੀ ਲਾਈ ਹੈ, ਮੰਤਰੀ ਸੰਤਰੀ ਇਸ ਦੇ ਬੈਠੇ ਨੇ, ਸਿਪੇ ਸਲਾਰ ਬੈਠੇ ਹੋਏ, ਸਾਹਿਬਜ਼ਾਦਿਆਂ ਦੀ ਅੱਜ ਪੇਸ਼ੀ ਹੈ, ਠੰਡੇ ਬੁਰਜ ਵਿੱਚੋਂ ਨਿਕਲੇ ਨੇ। ਵਿਦਵਾਨ ਇਹ ਗੱਲ ਕਹਿੰਦੇ ਨੇ, ਠੰਡ ਦੇ ਨਾਲ ਨੱਕ ਦੀਆਂ ਕਰੂੰਬਲੀਆਂ ਲਾਲ ਹੋਈਆਂ ਪਈਆਂ, ਪਤਲੇ ਬਸਤਰ,
ਗਲ ਵਿੱਚ ਪਹਿਨੇ ਹੋਏ, ਬੁੱਲ ਨੀਲੇ ਹੋ ਚੁੱਕੇ ਠੰਡ ਦੇ ਨਾਲ, ਤੇ ਹੱਥ ਪੈਰ ਠਰੇ ਹੋਏ, ਸੁੰਨ ਹੋਏ ਪਏ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪਹੁੰਚੇ। ਤੇ ਵਜ਼ੀਰ ਖਾਨ ਦੇ ਕੁਝ ਬੰਦਿਆਂ ਨੇ ਸਵਾਲ ਜਵਾਬ ਕੀਤੇ। ਉਹਨਾਂ ਸਵਾਲਾਂ ਦਾ ਜਵਾਬ ਵੀ ਦਿੱਤਾ ਗਿਆ। ਹੁਣ ਵਜ਼ੀਰ ਖਾਨ ਚਾਹੁੰਦਾ ਹੈ ਵੀ ਸਾਹਿਬਜ਼ਾਦੇ ਵੀ ਸ਼ਹੀਦ ਹੋ ਜਾਣ ਤੇ ਮੇਰੇ ਸਿਰ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਵੀ ਨਾ ਰਹਿ ਜਾਵੇ, ਕੋਈ ਉਲਾਂਭਾ ਨਾ ਰਹਿ ਜਾਵੇ। ਕੋਲ ਹੀ ਬੈਠਾ ਮਲੇਰਕੋਟਲੇ ਦਾ ਨਵਾਬ ਉਸ ਨੂੰ ਆਖਿਆ, ਕਹਿਣ ਲੱਗੇ, ਇਹਨਾਂ ਬੱਚਿਆਂ ਨੂੰ ਤੂੰ ਲੈ ਕੇ ਜਾ, ਆਪਣੇ ਭਰਾ ਦਾ ਬਦਲਾ ਲੈ ਕੇ ਸ਼ਹੀਦ ਕਰ ਦੇ। ਉਸ ਮਲੇਰਕੋਟਲੇ ਦੇ ਨਵਾਬ ਨੇ ਆਖਿਆ, ਕਹਿਣ ਲੱਗਾ, ਨਹੀਂ, ਮੈਂ ਇਹਨਾਂ ਸ਼ੀਰਖੋਰ ਬੱਚਿਆਂ ਦੇ ਕੋਲੋਂ ਕੋਈ ਬਦਲਾ ਨਹੀਂ ਲੈਣਾ। ਇਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ। ਇਹਨਾਂ ਦੇ ਪਿਤਾ ਨੇ ਮੇਰੇ ਭਰਾ ਨੂੰ ਮਾਰਿਆ। ਮੈਂ ਆਪਣੇ ਭਰਾ ਦਾ ਬਦਲਾ ਇਹਨਾਂ ਦੇ ਪਿਤਾ ਕੋਲੋਂ ਲਵਾਂਗਾ, ਪਰ ਇਹਨਾਂ ਦੇ ਕੋਲੋਂ ਨਹੀਂ। ਮੈਂ ਤੁਹਾਨੂੰ ਇਹ ਰਾਏ ਦਿੰਦਾ ਹਾਂ ਕਿ ਤੁਸੀਂ ਇਹਨਾਂ ਨੂੰ ਛੱਡ ਦਿਓ। ਇਸਲਾਮ ਦੇ ਵਿੱਚ ਬੱਚੇ ਨੂੰ ਸਜ਼ਾ ਦੇਣੀ ਮਨਾਹੀ ਹੈ। ਜਦੋਂ ਸਭਾ ਵਿੱਚ ਥੋੜ੍ਹੀ ਜਿਹੀ ਨਰਮੀ ਵੇਖੀ ਨਾ, ਵੀ ਥੋੜ੍ਹਾ ਜਿਹਾ ਨਰਮ ਹੋ ਗਿਆ ਵਜ਼ੀਰ ਖਾਨ। ਇੱਥੇ ਇੱਕ ਦੁਸ਼ਟ ਵਿਅਕਤੀ ਬੈਠਾ, ਨਾਮ ਹੈ ਸੁੱਚਾ ਨੰਦ, ਧਰਮ ਜਾਤ ਦਾ ਹਿੰਦੂ ਹੈ। ਖਾਲਸੇ ਨੇ ਇਸ ਨੂੰ ਝੂਠਾ ਨੰਦ ਹੀ ਲਿਖਿਆ, ਝੂਠ ਬੋਲਣ ਵਾਲਾ। ਇਹਨੇ ਸੋਚਿਆ ਵੀ ਕਿਤੇ ਛੱਡ ਹੀ ਨਾ ਦਿੱਤਾ ਜਾਵੇ ਸਾਹਿਬਜ਼ਾਦਿਆਂ ਨੂੰ। ਉਸ ਵੇਲੇ ਬੋਲਿਆ, ਕਹਿਣ ਲੱਗਾ, ਸਾਹਿਬਜ਼ਾਦਿਓ, ਬੇਨਤੀ ਇਹ ਹੈ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਕੀ ਕਰੋਗੇ? ਤੇ ਸਾਹਿਬਜ਼ਾਦਿਆਂ ਨੇ ਚੜ੍ਹਦੀ ਕਲਾ ਵਿੱਚ ਬਚਨ ਸੁਣਾਇਆ। ਕਹਿਣ ਲੱਗੇ, ਸਾਨੂੰ ਛੱਡੋਗੇ, ਅਸੀਂ ਫੌਜ ਇਕੱਠੀ ਕਰਾਂਗੇ, ਦੁਸ਼ਮਣਾਂ ਨੂੰ ਸੋਧਾਂਗੇ। ਦੂਜੀ ਵਾਰੀ ਫਿਰ ਪੁੱਛਿਆ, ਤੁਹਾਨੂੰ ਛੱਡ ਦਿੱਤਾ ਜਾਏ ਤੇ ਕੀ ਕਰੋਗੇ? ਫਿਰ ਜਵਾਬ ਮਿਲਿਆ, ਅਸੀਂ ਆਪਣੇ ਸਿੱਖ ਭਾਈ ਇਕੱਠੇ ਕਰਾਂਗੇ, ਜੰਗ ਕਰਾਂਗੇ। ਸੁੱਚਾ ਨੰਦ ਨੇ ਤੀਜੀ ਵਾਰੀ ਫਿਰ ਪੁੱਛਿਆ, ਤੁਹਾਨੂੰ ਛੱਡ ਦਿੱਤਾ ਜਾਏ ਤੇ ਕੀ ਕਰੋਗੇ? ਬਾਬਾ ਜੋਰਾਵਰ ਸਿੰਘ ਜੀਆਂ ਨੇ ਜਵਾਬ ਦਿੱਤਾ। ਕਹਿਣ ਲੱਗੇ, ਸਿੱਖ ਭਾਈ ਇਕੱਠੇ ਕਰਾਂਗੇ, ਵੱਡੀ ਫੌਜ ਬਣਾਵਾਂਗੇ, ਸਰਹੰਦ ਦੀ ਇੱਟ ਦੇ ਨਾਲ ਇੱਟ ਵਜਾ ਦਿਆਂਗੇ, ਵਜ਼ੀਰ ਖਾਨ ਨੂੰ ਸੋਧਾ ਲਾ ਦਿਆਂਗੇ ਤੇ ਜ਼ੁਲਮ ਰਾਜ ਦੀਆਂ ਜੜ੍ਹਾਂ ਪੱਟ ਦਿਆਂਗੇ। ਅਜੇ ਇੰਨਾ ਹੀ ਬਚਨ ਕੀਤਾ, ਸਾਰੀ ਸਭਾ ਵਿੱਚੋਂ ਆਵਾਜ਼ ਆਈ, ਕਾਫਰ ਨੇ, ਕਾਫਰ ਨੇ, ਕਾਫਰ ਨੇ, ਸਜ਼ਾ ਦਿਓ, ਸਜ਼ਾ ਦਿਓ। ਕਾਜੀ ਨੂੰ ਪੁੱਛਿਆ ਗਿਆ, ਸਜ਼ਾ ਕੀ ਚਾਹੀਦੀ ਹੈ? ਤੇ ਕਾਜੀ ਨੇ ਪਹਿਲੀ ਸਜ਼ਾ ਇਹ ਸੁਣਾਈ, ਤੂਤ ਦੀਆਂ ਛਟੀਆਂ ਲੈ ਕੇ, ਤੂਤ ਦੀ ਸੋਟੀ ਲੈ ਕੇ ਇਹਨਾਂ ਬੱਚਿਆਂ ਨੂੰ ਕੁੱਟਿਆ ਜਾਵੇ। ਇਹਨਾਂ ਦੇ ਹੱਥ ਪੈਰ ਬੰਨ੍ਹ ਕੇ ਸੋਟੀ ਦੇ ਨਾਲ ਇਹਨਾਂ ਨੂੰ ਕੁੱਟੋ, ਤਨ ਦੇ ਕੱਪੜੇ ਉਤਾਰ ਕੇ। ਵਿਦਵਾਨਾਂ ਨੇ ਇਤਿਹਾਸ ਵਿੱਚ ਜ਼ਿਕਰ ਕੀਤਾ, ਕਹਿਣ ਲੱਗੇ ਇਸੇ ਤਰ੍ਹਾਂ ਹੀ ਕੀਤਾ ਗਿਆ। ਸੋਟੀ ਲੈ ਕੇ ਸਿਪਾਹੀ ਜਿਹੜੇ ਨੇ ਕੁੱਟਦੇ ਪਏ ਨੇ। ਠੰਡ ਦੇ ਨਾਲ ਸਰੀਰ ਠਰਿਆ ਹੋਇਆ, ਉਤਾਰੇ ਹੋਏ ਕੱਪੜੇ, ਜਿੱਥੇ ਸੋਟੀ ਪੈਂਦੀ ਹੈ ਨੀਲ ਪੈ ਜਾਂਦਾ ਹੈ, ਲਾਸ਼ ਪੈ ਜਾਂਦੀ ਹੈ, ਮਾਸ ਉਖੜ ਜਾਂਦਾ ਹੈ। ਇਸ ਤਰ੍ਹਾਂ ਕੁੱਟਿਆ ਗਿਆ। ਕੁੱਟ ਕੇ ਫਿਰ ਪੁੱਛਿਆ, ਹੁਣ ਦੱਸੋ, ਇਸਲਾਮ ਨੂੰ ਕਬੂਲ ਕਰਦੇ ਹੋ? ਇੱਕ ਪਾਸੇ ਸਜ਼ਾਵਾਂ ਮਿਲਣਗੀਆਂ, ਇੱਕ ਪਾਸੇ ਜਗੀਰਾਂ ਮਿਲਣਗੀਆਂ। ਇਸਲਾਮ ਕਬੂਲ ਕਰ ਲਵੋਗੇ, ਜਗੀਰ ਲੈ ਜਾਓਗੇ, ਜ਼ਿੰਦਗੀ ਲੈ ਜਾਓਗੇ। ਨਹੀਂ ਕਬੂਲ ਕਰੋਗੇ, ਸਜ਼ਾ ਇਸ ਤੋਂ ਵੀ ਭਿਆਨਕ ਹੋਵੇਗੀ। ਤੇ ਸਾਹਿਬਜ਼ਾਦਿਆਂ ਨੇ ਬੜੀ ਨਿਡਰਤਾ ਨਾਲ ਆਖਿਆ, ਸਜ਼ਾ ਮਨਜ਼ੂਰ ਹੈ, ਧਰਮ ਤਿਆਗਣਾ, ਧਰਮ ਛੱਡਣਾ ਮਨਜ਼ੂਰ ਨਹੀਂ ਹੈ। ਮੇਰਾ ਸਿਰ ਜਾਵੇ ਤੇ ਜਾਵੇ, ਪਰ ਮੇਰਾ ਸਿੱਖੀ ਸਿਦਕ ਨਾ ਜਾਵੇ। ਅਸੀਂ ਆਪਣੇ ਦਾਦੇ ਦੀ ਪੱਗ ਨੂੰ ਦਾਗ ਨਹੀਂ ਲਾਵਾਂਗੇ। ਸਾਡੇ ਦਾਦੇ ਦੇ ਬਚਨ ਨੇ, ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ। ਦੁਨੀਆ ਤੇ ਰਹਿਣਾ ਤੇ ਕਿਸੇ ਨੇ ਵੀ ਨਹੀਂ, ਮੌਤ ਤੇ ਮੰਜੇ ਤੇ ਪੈ ਨੂੰ ਵੀ ਆ ਜਾਣੀ, ਮਰਨਾ ਅੱਜ ਨਹੀਂ ਤੇ ਕੱਲ ਹੈ। ਫਿਰ ਧਰਮ ਤੋਂ ਪਤ ਧੋ ਕੇ ਕਿਉਂ ਮਰੀਏ, ਧਰਮ ਤੋਂ ਨਿਸ਼ਾਵਰ ਹੋ ਜਾਈਏ। ਜਦੋਂ ਇਹ ਬਚਨ ਸੁਣੇ, ਕਾਜੀ ਨੂੰ ਫਿਰ ਪੁੱਛਿਆ ਗਿਆ, ਹੋਰ ਕਰੜੀ ਸਜ਼ਾ ਸੁਣਾਓ। ਤੇ ਦੂਜੀ ਵਾਰੀ ਕਾਜੀ ਨੇ ਸਜ਼ਾ ਸੁਣਾਈ, ਇਹਨਾਂ ਨੂੰ ਬੰਨ੍ਹ ਕੇ ਬਰੂਟੇ ਦੇ ਨਾਲ ਇਹਨਾਂ ਦੇ ਉੱਪਰ ਪੱਥਰ ਮਾਰੇ ਜਾਣ, ਗੁਲੇਲੇ ਮਾਰੇ ਜਾਣ। ਆਪਾਂ ਲੈ ਕੇ ਨਾ ਨਿੱਕੇ ਨਿੱਕੇ ਰੋਡ ਤੇ ਆਪਾਂ ਕਾਂ ਬੈਠਾ ਹੋਵੇ ਤੇ ਗਲੇਲ ਦੇ ਨਾਲ
ਉਹਨੂੰ ਗਲੇਲਾ ਮਾਰੀਦਾ, ਉਹ ਕਾਂ ਉੱਡ ਜਾਂਦਾ ਵੇਖ ਕੇ। ਕਾਜੀ ਦਾ ਦੂਜਾ ਫਤਵਾ ਇਹ ਸੀ, ਇਹਨਾਂ ਨੂੰ ਬੰਨ੍ਹ ਕੇ ਗੁਲੇਲ ਦੇ ਵਿੱਚ ਪਾ ਕੇ ਮੋਟੇ ਮੋਟੇ ਰੋੜ ਪੱਥਰ ਸਾਹਮਣੇ ਖਲੋ ਕੇ ਇਹਨਾਂ ਦੇ ਉੱਪਰ ਉਹ ਗਲੇਲੇ ਮਾਰੇ ਜਾਣ, ਪੱਥਰ ਮਾਰੇ ਜਾਣ ਇਹਨਾਂ ਦੇ ਉੱਪਰ। ਕਾਜੀ ਦਾ ਫਤਵਾ ਲੱਗਾ। ਉਸੇ ਵੇਲੇ ਬਰੂਟੇ ਨਾਲ ਬੰਨਿਆ ਗਿਆ, ਰੁੱਖ ਦੇ ਨਾਲ ਬੰਨ੍ਹ ਕੇ ਗੁਲੇਲ ਦੇ ਵਿੱਚ ਗੁਲੇਲੇ ਪਾ ਪਾ ਕੇ ਸਿਪਾਹੀਆਂ ਨੂੰ ਹੁਕਮ ਦਿੱਤਾ, ਖਿੱਚ ਖਿੱਚ ਕੇ ਇਹਨਾਂ ਦੇ ਸਰੀਰ ਦੇ ਉੱਪਰ ਗੁਲੇਲੇ ਮਾਰੋ। ਵਜ਼ੀਰ ਖਾਨ ਦਾ ਹੁਕਮ ਹੈ, ਜਿਵੇਂ ਕਰਦਾ ਉਸੇ ਤਰ੍ਹਾਂ ਹੁੰਦਾ। ਸਿਪਾਹੀਆਂ ਨੇ ਗੁਲੇਲਾਂ ਫੜ ਲਈਆਂ, ਗੁਲੇਲਾਂ ਵਿੱਚ ਗੋਲੇ ਪਾ ਪਾ ਕੇ ਨਿੱਕੇ ਨਿੱਕੇ ਮੋਟੇ ਮੋਟੇ ਪੱਥਰ ਬੜੇ ਜ਼ੋਰ ਜ਼ੋਰ ਦੀ ਚਲਾਏ ਜਾਂਦੇ। ਗੁਲੇਲਾ ਜਿੱਥੇ ਵੱਜਦਾ ਹੈ, ਪੱਥਰ ਜਿੱਥੇ ਆ ਕੇ ਵੱਜਦਾ ਹੈ, ਸਰੀਰ ਦੇ ਮਾਸ ਨੂੰ ਪਾੜ ਦਿੰਦਾ ਹੈ, ਉਹਦੇ ਵਿੱਚੋਂ ਖੂਨ ਨਿਕਲਣ ਲੱਗ ਪੈਂਦਾ ਹੈ। ਐਸੀ ਭਿਆਨਕ ਸਜ਼ਾ। ਤੇ ਕਹਿਣ ਲੱਗੇ, ਇੱਕ ਗੁਲੇਲਾ ਇੱਕ ਸਿਪਾਹੀ ਨੇ ਬਾਬਾ ਫਤਿਹ ਸਿੰਘ ਜੀਆਂ ਦਾ ਮੂੰਹ ਤੱਕ ਕੇ ਨਾ, ਮੁੱਖ ਤੱਕ ਕੇ ਤੇ ਮੁੱਖ ਦੇ ਵੱਲ ਚਲਾਇਆ ਬੜੇ ਜ਼ੋਰ ਦੇ ਨਾਲ। ਇਤਿਹਾਸਕਾਰ ਕਹਿੰਦੇ ਨੇ ਉਹ ਗੁਲੇਲਾ ਜਾ ਕੇ ਬਾਬਾ ਫਤਿਹ ਸਿੰਘ ਜੀਆਂ ਦੀ ਅੱਖ ਦੇ ਥੱਲੇ ਤੇ ਗਲ ਦੇ ਉੱਪਰ ਜਾ ਕੇ ਵੱਜਾ। ਵੱਜਦਿਆਂ ਨਾਲ ਗਲ ਦੇ ਵਿੱਚੋਂ ਖੂਨ ਨਿਕਲਣ ਲੱਗ ਪਿਆ। ਬਾਕੀ ਤੇ ਸਰੀਰ ਪਹਿਲਾਂ ਹੀ ਜ਼ਖਮੀ ਹੈ, ਪਹਿਲਾਂ ਹੀ ਮਾਸ ਉੱਠਿਆ ਹੋਇਆ, ਮੂੰਹ ਵੀ ਜ਼ਖਮੀ ਹੋ ਗਿਆ। ਆਪਣੇ ਨਿੱਕੇ ਜਿਹੇ ਹੱਥ ਦੇ ਨਾਲ ਆਪਣੀ ਅੱਖ ਨੂੰ ਢੱਕਦੇ ਪਏ। ਗੁਰਮੁਖੋ, ਉਹਨਾਂ ਸ਼ਹੀਦਾਂ ਦਾ ਆਪਾਂ ਇਹ ਸ਼ਹੀਦੀ ਦਿਹਾੜਾ ਮਨਾਉਂਦੇ ਪਏ ਆ, ਜਿਨ੍ਹਾਂ ਨੇ ਧਰਮ ਦੇ ਵਾਸਤੇ 7 ਔਰ 9 ਸਾਲ ਦੀ ਉਮਰ ਵਿੱਚ ਕੁਰਬਾਨੀ ਕਰ ਗਏ, ਪਰ ਆਪਣੇ ਧਰਮ ਕਰਮ ਨੂੰ ਨਹੀਂ ਛੱਡਿਆ, ਆਪਣੇ ਵੱਡੇ ਵਡੇਰਿਆਂ ਦੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦਿੱਤਾ। ਪਰ ਸਾਡੀ ਕੀ ਹਾਲਤ ਅੱਜ, ਆਪਾਂ ਕਿੱਥੇ ਖੜੇ ਆ? ਅੱਜ ਸਾਨੂੰ ਕੋਈ ਲਾਲਚ ਵੀ ਨਹੀਂ ਦਿੰਦਾ ਪਿਆ। ਕੋਈ ਸਾਨੂੰ ਆਖੇ ਵੀ ਤੁਹਾਨੂੰ ਜਗੀਰ ਦੇ ਦਿਆਂਗਾ, ਜਾਇਦਾਦ ਦੇ ਦਿਆਂਗਾ, ਤੁਸੀਂ ਸਿੱਖ ਧਰਮ ਛੱਡ ਕੇ ਜਾਂ ਸਿੱਖੀ ਛੱਡ ਕੇ ਸਾਡੇ ਵੱਲ ਆ ਜਾਓ, ਸਾਨੂੰ ਕੋਈ ਨਹੀਂ ਇਹ ਗੱਲ ਕਹਿੰਦਾ। ਫਿਰ ਵੀ ਅਸੀਂ ਬੜਾ ਸੌਖਾ ਹੀ ਪਤਤ ਹੋਈ ਜਾ ਰਹੇ ਹਾਂ, ਡਿੱਗਦੇ ਜਾ ਰਹੇ ਹਾਂ। ਭਾਈ ਵੀਰ ਸਿੰਘ ਜੀਆਂ ਦੇ ਜੀਵਨ ਵਿੱਚੋਂ ਇਹ ਘਟਨਾ ਕਹਿਣ ਲੱਗੇ। ਭਾਈ ਵੀਰ ਸਿੰਘ ਜੀ ਨਾ ਲਾਹੌਰ ਦੇ ਬਾਜ਼ਾਰ ਵਿੱਚੋਂ ਦੀ ਤੁਰੇ ਜਾਂਦੇ, ਤੇ ਤੁਰੇ ਤੁਰੇ ਜਾਂਦਿਆਂ ਉਹਨਾਂ ਦੇ ਅੱਗੇ ਕੁਝ ਇਸਤਰੀਆਂ ਤੁਰੀਆਂ ਜਾਂਦੀਆਂ, ਉਹਨਾਂ ਦੇ ਸਿਰ ਨੰਗੇ ਨੇ। ਤੇ ਭਾਈ ਵੀਰ ਸਿੰਘ ਜੀਆਂ ਨੇ ਉਹਨਾਂ ਦੇ ਸਿਰ ਦੇ ਉੱਪਰ ਨਾਲੇ ਦੁਪੱਟਾ ਦਿੱਤਾ, ਨਾਲੇ ਆਖਿਆ ਸਿਰ ਢੱਕ ਕੇ ਰੱਖਿਆ ਕਰੋ। ਉਹ ਜਿਹੜੀਆਂ ਤਵਾਇਫ ਇਸਤਰੀਆਂ ਸਨ ਨਾ, ਵੇਸਵਾ, ਉਹਨਾਂ ਨੇ ਆਪਣੇ ਤੋਂ ਅੱਗੇ ਇਸ਼ਾਰਾ ਕੀਤਾ, ਅੱਗੇ ਘਰੇਲੂ ਜਨਾਨੀਆਂ ਤੁਰੀਆਂ ਜਾਂਦੀਆਂ। ਤੇ ਭਾਈ ਵੀਰ ਸਿੰਘ ਜੀ ਨੂੰ ਕਹਿਣ ਲੱਗੀਆਂ, ਕਹਿੰਦੀਆਂ ਜੇ ਅਸੀਂ ਸਿਰ ਢੱਕ ਲਏ ਤੇ ਸਾਡੇ ਵਿੱਚ ਤੇ ਇਹਨਾਂ ਵਿੱਚ ਕੀ ਫਰਕ ਰਹਿ ਜਾਏਗਾ? ਇਹ ਘਰੇਲੂ ਨੇ, ਇਹ ਇੱਜ਼ਤਦਾਰ ਜਨਾਨੀਆਂ ਨੇ, ਇਹ ਘਰਾਂ ਦੀਆਂ ਨੇ, ਖਾਨਦਾਨੀ ਨੇ, ਇਹਨਾਂ ਨੇ ਸਿਰ ਢੱਕੇ ਹੋਏ ਨੇ। ਭਾਈ ਵੀਰ ਸਿੰਘ ਜੀ, ਅਸੀਂ ਤੇ ਵੇਸਵਾ ਹਾਂ, ਵੇਸਵਾ ਦੇ ਸਿਰ ਨੰਗੇ ਹੀ ਰਹਿੰਦੇ ਨੇ, ਜੇ ਅਸੀਂ ਵੀ ਸਿਰ ਢੱਕ ਲੈ ਇਹਨਾਂ ਵਿੱਚ ਤੇ ਸਾਡੇ ਵਿੱਚ ਫਰਕ ਕੋਈ ਨਹੀਂ ਰਹਿ ਜਾਣਾ। ਵੇਸਵਾ ਦਾ ਸਿਰ ਨੰਗਾ ਹੀ ਠੀਕ ਲੱਗਦਾ ਹੈ, ਖਾਨਦਾਨ ਦੀ ਔਰਤ ਦਾ ਸਿਰ ਢੱਕਿਆ ਚੰਗਾ ਲੱਗਦਾ। ਹੁਣ ਆਪਾਂ ਇਹ ਆਪਣੇ ਉੱਪਰ ਗੱਲ ਸੋਚੀਏ ਵੀ ਅੱਜ ਅਸੀਂ ਕਿੱਥੇ ਖਲੋਤੇ ਆ। ਉਹ ਜਿਹੜੀਆਂ ਤਵਾਇਫ ਇਸਤਰੀਆਂ ਨੇ, ਉਹਨਾਂ ਦੀ ਸੋਚ ਕੀ ਹੈ ਔਰ ਸਾਡੀ ਸੋਚ ਕੀ ਬਣ ਗਈ ਹੈ? ਬਚਨ ਕਰੜਾ ਹੈ, ਬਚਨ ਕੌੜਾ ਹੈ, ਪਰ ਹੈ ਸੱਚਾ। ਧਰਮ ਨੂੰ ਛੱਡ ਕੇ ਫੈਸ਼ਨ ਦੇ ਵਿੱਚ ਇਹੋ ਜਿਹਾ ਲੱਗ ਗਏ ਆ, ਇਹੋ ਜਿਹਾ ਫੈਸ਼ਨ ਬਣ ਗਿਆ ਹੈ। ਕੱਪੜੇ ਲੀੜੇ ਨੇ ਸਾਡਾ ਸਭ ਕੁਝ ਹੀ ਵਿਗਾੜ ਦਿੱਤਾ। ਸਰੀਰ ਨੰਗਾ ਹੈ, ਨੰਗੇਜ ਕਰਕੇ ਦੁਨੀਆ ਨੂੰ ਵਿਖਾਉਂਦੇ। ਦੁਪੱਟਾ ਇਕੱਲਾ ਸਿਰ ਨਹੀਂ ਢੱਕਦਾ, ਦੁਪੱਟਾ ਸਾਡਾ ਸਾਰਾ ਤਾਂ ਨਹੀਂ ਢੱਕਦਾ, ਸਾਰਾ ਸਰੀਰ ਢੱਕਦਾ। ਤੇ ਕਈ ਵਾਰੀ ਇਹ ਵੀ ਵੇਖਿਆ ਜਾਂਦਾ ਹੈ, ਜਿਹੜੀਆਂ ਬੀਬੀਆਂ ਦਸਤਾਰ ਬੰਨ੍ਹਦੀਆਂ, ਬਸ ਸਿਰ 'ਤੇ ਦਸਤਾਰ ਬੰਨ੍ਹ ਲਈ ਹੈ, ਦੁਪੱਟਾ ਲੈਣ ਦੀ ਲੋੜ ਨਹੀਂ। ਸਿਰ 'ਤੇ ਦਸਤਾਰ ਬੱਧੀ ਹੈ, ਪਟਕਾ ਬੱਧਾ ਹੈ, ਪਰ ਦੁਪੱਟਾ ਤਾਂ ਫਿਰ ਵੀ ਜ਼ਰੂਰੀ ਹੈ। ਦੁਪੱਟਾ ਤੇ ਸਾਰੇ ਸਰੀਰ ਨੂੰ ਢੱਕਦਾ, ਤਨ ਨੂੰ ਢੱਕਦਾ। ਰੋ ਵਿਚਾਰ 7 ਸਾਲ ਤੇ 9 ਸਾਲ ਦੇ ਕੁਰਬਾਨੀ ਕਰਦੇ ਪਏ, ਤੂਤ ਦੀਆਂ ਛੜੀਆਂ ਖਾ ਲਈਆਂ, ਗੁਲੇਲੇ ਖਾ ਲਏ, ਪਰ ਬਚਨ ਨੇ ਆਖਿਆ ਸਿਰ ਜਾਵੇ ਤਾਂ ਜਾਵੇ, ਪਰ ਮੇਰਾ ਸਿੱਖੀ ਸਿਦਕ ਨਾ ਜਾਵੇ। ਤੇ ਗੁਰੂ ਕਿਹਾ ਸਿੱਖਾ, ਇਹ ਸੋਚ ਆਪਣੇ ਤੇ ਵੇਖ ਵੀ ਮੈਂ ਅੱਜ ਕੀ ਕਰਦਾ ਪਿਆ। ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਡਰ ਤੋਂ ਤੂੰ ਅੱਜ ਪਤਤ ਹੁੰਦਾ ਜਾ ਰਿਹਾ। ਰੋ ਵਿਚਾਰ, ਜਦੋਂ ਇਹ ਸਜ਼ਾ ਦੇਣ ਤੋਂ ਮਗਰੋਂ ਵੀ ਨਾ ਗੱਲ ਬਣੀ,
ਕਾਜੀ ਨੂੰ ਆਖਿਆ ਗਿਆ ਕੱਲ ਨੂੰ ਨਵੀਂ ਸਜ਼ਾ ਹੋਰ ਸੋਚ ਕੇ ਆਉਣੀ, ਕਰੜੀ ਸਜ਼ਾ ਸੋਚ ਕੇ ਆਉਣੀ ਇਹਨਾਂ ਵਾਸਤੇ। ਕੱਲ ਨੂੰ ਜਿਹੜਾ ਫਤਵਾ ਲੱਗੇਗਾ ਉਹ ਬੜਾ ਸਖਤ ਹੋਵੇਗਾ। ਇਹ ਸਜ਼ਾਵਾਂ ਦੇ ਕੇ ਸਾਹਿਬਜ਼ਾਦਿਆਂ ਨੂੰ ਫਿਰ ਵਾਪਸ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ। ਭਾਈ ਮੋਤੀ ਰਾਮ ਜੀਆਂ ਦਾ ਇਤਿਹਾਸ ਵੀ ਆਪਾਂ ਸਰਵਣ ਕਰ ਲਿਆ ਸੀ ਵੀ ਉਹ ਆਪਣੇ ਘਰ ਵਿੱਚੋਂ ਦੁੱਧ ਬਣਾ ਕੇ ਤਿਆਰ ਕਰਕੇ ਆਪਣੀ ਘਰਵਾਲੀ ਦੇ ਗਹਿਣੇ ਲੈ ਕੇ, ਮਾਂ ਦੇ ਗਹਿਣੇ ਲੈ ਕੇ ਜਿਹੜੇ ਸਿਪਾਹੀ ਪਹਿਰੇ 'ਤੇ ਖਲੋਤੇ ਸਨ ਉਹਨਾਂ ਨੂੰ ਰਿਸ਼ਵਤ ਦੇ ਰੂਪ ਦੇ ਵਿੱਚ ਉਹ ਦੇ ਕੇ ਤੇ ਰਸਤਾ ਲਿਆ ਕਿ ਮੈਨੂੰ ਸਾਹਿਬਜ਼ਾਦਿਆਂ ਨੂੰ ਮਿਲ ਲੈਣ ਦਿਓ। ਦੁੱਧ ਦੀ ਸੇਵਾ ਭਾਈ ਮੋਤੀ ਰਾਮ ਮਹਿਰਾ ਜੀ ਨੇ ਕੀਤੀ ਹੈ ਤੇ ਮਾਤਾ ਸਾਹਿਬ ਮਾਤਾ ਗੁਜਰੀ ਜੀਆਂ ਨੇ ਵਰ ਦਿੱਤਾ। ਮਾਤਾ ਗੁਜਰੀ ਜੀ ਕਹਿਣ ਲੱਗੇ, ਪ੍ਰੇਮ ਦੇਖ ਸੋ ਮੋਤੀ ਘੇਰਾ, ਮਾਤਾ ਕਹਿਓ ਭਲਾ ਹੋਏ ਤੇਰਾ। ਮੋਤੀ ਰਾਮ ਤੇਰਾ ਭਲਾ ਹੋਵੇ। ਤੂੰ ਭੁੱਖਿਆਂ ਦੇ ਤਨ ਵਿੱਚ ਦੁੱਧ ਪਾਇਆ, ਭੁੱਖੇ ਪੇਟ ਵਿੱਚ ਦੁੱਧ ਪਾਇਆ, ਤੇਰਾ ਭਲਾ ਹੋਵੇ। ਇਹ ਵਰ ਮਿਲਿਆ। ਬਚਨ ਤੇ ਆਪਾਂ ਪੜ੍ਹਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਪਰ ਮਾਤਾ ਜੀਆਂ ਨੇ ਭਲਾ ਹੋਵੇ। ਭਾਈ ਮੋਤੀ ਰਾਮ ਮਹਿਰਾ ਜੀ ਤੁਹਾਡਾ ਇਹ ਬਚਨ ਉਹਨਾਂ ਨੂੰ ਬਖਸ਼ਿਸ਼ ਹੋਇਆ। ਅਗਲੇ ਦਿਨ ਦੀ ਸਵੇਰ ਹੋਈ ਹੈ, ਫਿਰ ਵਜ਼ੀਰ ਖਾਨ ਦੀ ਕਚਹਿਰੀ ਸਜੀ ਹੈ ਤੇ ਕਹਿਣ ਲੱਗੇ ਉਸ ਵੇਲੇ ਫਿਰ ਸੁਨੇਹਾ ਪਹੁੰਚਿਆ, ਬੇਨਤੀ ਹੈ ਭਾਈ ਬੱਚੇ ਨੂੰ 2 ਮਿੰਟ ਲਈ ਚੁੱਪ ਕਰਵਾ ਲਓ। ਚੁੱਪ ਨਹੀਂ ਕਰਦਾ ਤੇ ਬਾਹਰ ਬਰਾਂਡੇ ਵਿੱਚ ਬੈਠ ਜਾਓ। ਅਗਲੇ ਦਿਨ ਦੀ ਕਚਹਿਰੀ ਸਜੀ ਹੈ। ਮਾਤਾ ਸਾਹਿਬ ਮਾਤਾ ਗੁਜਰੀ ਜੀਆਂ ਨੇ ਆਪਣੇ ਸਾਹਿਬਜ਼ਾਦਿਆਂ ਨੂੰ, ਬਾਬਾ ਜੋਰਾਵਰ ਸਿੰਘ ਜੀਆਂ ਨੂੰ, ਬਾਬਾ ਫਤਿਹ ਸਿੰਘ ਜੀਆਂ ਨੂੰ ਤਿਆਰ ਕੀਤਾ। ਸੋਹਣੇ ਬਸਤਰ ਪਾ ਕੇ, ਸੋਹਣੀਆਂ ਦਸਤਾਰਾਂ ਬੰਨ੍ਹ ਕੇ, ਨਾਲੇ ਹੀ ਸਿੱਖਿਆ ਦਿੱਤੀ ਹੈ। ਆਪਣੀ ਪੂਰੀ ਜ਼ਿੰਦਗੀ ਦਾ ਜਾਪ ਤਪ ਭਜਨ ਬੰਦਗੀ ਅੱਜ ਆਪਣੇ ਪੋਤਰਿਆਂ ਦੇ ਉੱਪਰ ਨਿਸ਼ਾਵਰ ਕਰ ਦਿੱਤੀ। ਸਿੱਖਿਆ ਦਿੱਤੀ ਹੈ, ਬੱਚਿਓ ਧਰਮ ਤੋਂ ਨਹੀਂ ਡੋਲਣਾ। ਆਪਣੇ ਦਾਦਾ ਸਤਿਗੁਰੂ ਨੂੰ ਯਾਦ ਕਰਨਾ, ਆਪਣੇ ਵੱਡਿਆਂ ਨੂੰ ਯਾਦ ਕਰਨਾ ਜਿਹੜੇ ਤਤੀ ਤਵੀ ਤੇ ਬੈਠੇ ਰਹੇ, ਬਚਨ ਕਰਦੇ ਤੇਰਾ ਕੀਆ, ਉਹਨਾਂ ਦੀ ਕੁਰਬਾਨੀ ਯਾਦ ਕਰਨੀ। ਜਦੋਂ ਸਿੱਖਿਆ ਦੇ ਕੇ ਮਾਤਾ ਜੀ ਨੇ ਤੋਰਿਆ, ਸਾਹਿਬਜ਼ਾਦੇ ਕੁੱਦ ਕੁ ਕਦਮ ਠੰਡੇ ਬੁਰਜ ਤੋਂ ਤੁਰੇ ਬਾਹਰ ਨਿਕਲਣ ਵਾਸਤੇ। ਬਾਬਾ ਫਤਿਹ ਸਿੰਘ ਜੀਆਂ ਨੇ ਪੁੱਛੇ ਮੁੜ ਕੇ ਵੇਖਿਆ ਦਾਦੀ ਵੱਲ, ਨਾਲ ਹੀ ਆਖਿਆ, ਕਹਿਣ ਲੱਗੇ, ਦਾਦੀ ਮਾਂ, ਸਾਡੀ ਮਾਂ ਮਾਤਾ ਜੀਤੋ ਜੀ ਸਾਡੇ ਛੋਟੇ ਹੁੰਦਿਆਂ ਹੀ ਸਾਨੂੰ ਛੱਡ ਕੇ ਸੱਚਖੰਡ ਨੂੰ ਚਲੇ ਗਏ। ਜਦੋਂ ਦੀ ਸਾਡੀ ਮਾਂ ਸਾਨੂੰ ਛੱਡ ਕੇ ਗਈ ਹੈ, ਤੁਸੀਂ ਕਦੇ ਵੀ ਸਾਨੂੰ ਆਪਣੇ ਆਪ ਤੋਂ ਦੂਰ ਨਹੀਂ ਕੀਤਾ। ਭਾਵੇਂ ਰਾਤ ਹੋਵੇ ਭਾਵੇਂ ਦਿਨ ਹੋਵੇ, ਤੁਸੀਂ ਹਰ ਵੇਲੇ ਸਾਡੇ ਕੋਲ ਹੀ ਰਹੇ ਹੋ। ਤੁਸੀਂ ਸਾਡੀ ਦਾਦੀ ਮਾਂ ਵੀ ਹੋ ਔਰ ਸਾਡੀ ਮਾਂ ਵੀ ਤੁਸੀਂ ਹੋ। ਦਾਦੀ ਵੀ ਤੁਸੀਂ ਹੋ, ਮਾਂ ਵੀ ਤੁਸੀਂ ਹੋ। ਮਾਂ ਦਾ ਤੇ ਸਰੂਪ ਅਸੀਂ ਚੰਗੀ ਤਰ੍ਹਾਂ ਵੇਖਿਆ ਨਹੀਂ, ਪਰ ਅਸੀਂ ਤੁਹਾਨੂੰ ਤੇ ਵੇਖਿਆ ਹੈ। ਤੁਸੀਂ ਸਾਨੂੰ ਕਦੇ ਆਪਣੇ ਆਪ ਤੋਂ ਦੂਰ ਨਹੀਂ ਕੀਤਾ। ਅੱਜ ਅਸੀਂ ਕੌਮ ਵਾਸਤੇ, ਧਰਮ ਵਾਸਤੇ ਕੁਰਬਾਨ ਹੋ ਜਾ ਰਹੇ ਹਾਂ। ਮਾਤਾ ਜੀ ਸੱਚਖੰਡ ਦੇ ਵਿੱਚ ਤੁਹਾਨੂੰ ਉਡੀਕਾਂਗੇ, ਬਹੁਤੀ ਦੇਰ ਨਾ ਲਾਇਓ, ਬਹੁਤਾ ਸਮਾਂ ਨਾ ਲਾਇਓ, ਛੇਤੀ ਮਗਰ ਸਾਡੇ ਆ ਜਾਇਓ। ਇਹ ਬਚਨ ਜਿਹੜੇ ਸਨ ਉਸ ਵੇਲੇ ਬਾਬਾ ਫਤਿਹ ਸਿੰਘ ਸਾਹਿਬ ਜੀਆਂ ਨੇ ਕੀਤੇ। ਮਾਤਾ ਜੀ ਨੇ ਬਚਨ ਦਿੱਤਾ, ਤੁਹਾਡੇ ਮਗਰੇ ਵੀ ਅਸੀਂ ਤੁਹਾਡੇ ਕੋਲ ਪਹੁੰਚ ਜਾਵਾਂਗੇ। ਕਚਹਿਰੀ ਵਿੱਚ ਲਿਆਂਦਾ ਗਿਆ, ਫਿਰ ਪੁੱਛਿਆ ਗਿਆ। ਜਦੋਂ ਧਰਮ ਤੋਂ ਨਹੀਂ ਡੋਲੇ, ਕਾਜੀ ਨੇ ਫਤਵਾ ਲਾਇਆ, ਨੀਹਾਂ ਵਿੱਚ ਚਿਣ ਕੇ ਮਾਰਿਆ ਜਾਵੇ, ਨੀਹਾਂ ਵਿੱਚ ਚਿਣ ਕੇ ਇਹਨਾਂ ਨੂੰ ਕੰਧਾਂ ਵਿੱਚ ਚਿਣਿਆ ਜਾਵੇ। ਕਾਜੀ ਦਾ ਹੁਕਮ ਸੁਣ ਕੇ ਕਹਿਣ ਲੱਗੇ, ਇੱਕ ਖੁੱਲ੍ਹੇ ਪੰਡਾਲ ਦੇ ਵਿੱਚ ਇੱਟਾਂ ਸਟਵਾ ਕੇ, ਮਿਸਤਰੀ ਦਾ ਪ੍ਰਬੰਧ ਕਰਕੇ, ਜਲਾਦਾਂ ਦਾ ਪ੍ਰਬੰਧ ਕਰਕੇ ਸਾਰੇ ਸ਼ਹਿਰ ਦੇ ਲੋਕਾਂ ਨੂੰ ਇਕੱਠਾ ਕੀਤਾ। ਵੇਖੋ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ, ਜਿਹੜੇ ਬਾਗੀ ਨੇ, ਜਿਹੜੇ ਕਾਫਰ ਨੇ, ਉਹਨਾਂ ਨੂੰ ਮਾਰਨ ਲੱਗੇ ਆ। ਕੰਧਾਂ ਚਿੰਨੀਆਂ ਸ਼ੁਰੂ ਕਰ ਦਿੱਤੀਆਂ। ਇੱਟਾਂ ਲੱਗਦਿਆਂ ਲੱਗਦਿਆਂ ਦੀਵਾਰ ਜਿਹੜੀ ਆ ਗੋਡੇ ਤੱਕ ਆਈ ਹੈ। ਮਿਸਤਰੀ ਕਹਿਣ ਲੱਗਾ, ਗੋਡਾ ਅੱਗੇ ਨੂੰ ਵਧਿਆ, ਗੋਡੇ ਦੀ ਚਪਣੀ ਅੱਗੇ ਨੂੰ ਵਧੀ ਹੈ, ਇੱਟ ਤੋੜ ਕੇ ਲਾਉਣ ਲੱਗਾ ਹਾਂ। ਕਾਜੀ ਨੇ ਕੋਲ ਖਲੋਤੇ ਨੇ ਆਖਿਆ, ਨਹੀਂ, ਇੱਟ ਨਹੀਂ ਟੁੱਟੇਗੀ, ਗੋਡਾ ਹੀ ਭੰਨਦੇ ਕੋਈ ਚੀਜ਼ ਮਾਰ ਕੇ ਤੇਸੀ ਦੇ ਨਾਲ। ਸਾਹਿਬਜ਼ਾਦੇ ਬੋਲੇ, ਕਹਿਣ ਲੱਗੇ, ਸਾਨੂੰ ਵੀ ਇਹ ਮਨਜ਼ੂਰ ਨਹੀਂ, ਸਿੱਖੀ ਦਾ ਮਹੱਲ ਬਣਦਾ ਪਿਆ ਹੈ,
ਅਸੀਂ ਵੀ ਨਹੀਂ ਚਾਹੁੰਦੇ ਇਹਨੂੰ ਟੁੱਟੀ ਇੱਟ ਲੱਗੇ, ਇੱਟ ਸਾਬਤ ਹੀ ਲੱਗਣੀ ਚਾਹੀਦੀ ਹੈ। ਕਹਿਣ ਲੱਗੇ ਗੁਰਮੁਖੋ ਕੰਧ ਬੰਦਿਆਂ ਬੰਦਿਆਂ ਜਦੋਂ ਸਿਰ ਤੱਕ ਆਈ ਨਾ, ਦੋਨੇ ਬੱਚੇ ਉਸ ਵੇਲੇ ਬੇਹੋਸ਼ ਹੋ ਗਏ। ਬੇਹੋਸ਼ ਹੋ ਕੇ ਡਿੱਗ ਗਏ ਧਰਤੀ ਦੇ ਉੱਪਰ, ਕੰਧ ਵੀ ਡਿੱਗ ਪਈ ਹੈ, ਬੱਚੇ ਵੀ ਡਿੱਗ ਪਏ, ਬੇਹੋਸ਼ੀ ਦੀ ਹਾਲਤ ਵਿੱਚ ਚਲੇ ਗਏ। ਕੋਈ ਸਮੇਂ ਬਾਅਦ ਸੁਰਤ ਸੰਭਲੀ ਹੈ, ਫਿਰ ਪੁੱਛਿਆ ਅਜੇ ਵੀ ਮੌਕਾ ਹੈ, ਅਜੇ ਵੀ ਬਚ ਜਾਓਗੇ, ਅਜੇ ਵੀ ਧਰਮ ਕਬੂਲ ਕਰੋ। ਜਦੋਂ ਫਿਰ ਅੱਗੋਂ ਜਵਾਬ ਨਾ ਦਾ ਆਇਆ, ਜਲਾਦਾਂ ਨੂੰ ਬੁਲਾਇਆ ਗਿਆ। ਵਿਦਵਾਨ ਕਹਿੰਦੇ ਨੇ ਜਲਾਦ ਨੇ ਆ ਕੇ ਤਲਵਾਰ ਦਾ ਵਾਰ ਕੀਤਾ ਤੇ ਤਲਵਾਰ ਦੇ ਵਾਰ ਦੇ ਨਾਲ ਦੋਨਾਂ ਦੇ ਸੀਸ ਕੱਟੇ। ਇੱਕ ਵਿਦਵਾਨ ਨੇ ਲਿਖਿਆ, ਕਹਿਣ ਲੱਗੇ ਨਹੀਂ, ਇਹਨਾਂ ਬੱਚਿਆਂ ਦੇ ਉੱਪਰ ਛੁਰੀ ਦਾ ਵਾਰ, ਛੁਰੀ ਲੈ ਕੇ ਨਾ, ਚਾਕੂ ਲੈ ਕੇ, ਤੇ ਸਾਡੀ ਠੋਡੀ ਦੇ ਥੱਲੇ ਪਾਸਿਓਂ ਜਿਹੜੀ ਸਾਹ ਆ ਗਿਆ ਨਾ, ਇਹਨੂੰ ਵੱਢਿਆ ਗਿਆ ਹੌਲੀ ਹੌਲੀ ਚਲਾ ਕੇ ਛੁਰੀ। ਤੇ ਜਦੋਂ ਸਾਹ ਰਗ ਵੱਢੀ ਗਈ ਨਾ, ਖੂਨ ਨਿਕਲਣ ਲੱਗ ਪਿਆ, ਤੂੰ ਉੱਥੇ ਛੱਡ ਦਿੱਤਾ, ਹੁਣ ਇਹ ਤੜਫਦੇ ਰਹਿਣ, ਤੜਫ ਤੜਫ ਕੇ ਹੌਲੀ ਹੌਲੀ ਜਾਨ ਨਿਕਲੇਗੀ। ਤੇ ਵਿਦਵਾਨ ਨੇ ਲਿਖਿਆ ਵੀ 2.5 ਮਿੰਟ ਦਾ ਸਮਾਂ ਜਿਹੜਾ ਹੈ ਨਾ, ਉਹ ਬਾਬਾ ਜੋਰਾਵਰ ਸਿੰਘ ਜੀਆਂ ਨੂੰ ਸ਼ਹੀਦ ਹੁੰਦਿਆਂ ਲੱਗ ਗਿਆ। ਛੁਰੀ ਚੱਲਣ ਤੋਂ ਮਗਰੋਂ 2.5 ਮਿੰਟ ਸਰੀਰ ਤੜਫਦਾ ਰਿਹਾ, ਲੱਤਾਂ ਬਾਹਾਂ ਹਿਲਦੀਆਂ ਰਹੀਆਂ, ਸਰੀਰ ਕੰਬਦਾ ਰਿਹਾ। 2.5 ਮਿੰਟ ਇਸ ਤਰ੍ਹਾਂ ਕਰਕੇ ਫਿਰ ਸਰੀਰ ਸ਼ਾਂਤ ਹੋਇਆ, ਸੱਚਖੰਡ ਦੀ ਪ੍ਰਾਪਤੀ ਨੂੰ ਤੁਰੇ। ਇਸੇ ਤਰ੍ਹਾਂ ਹੀ ਬਾਬਾ ਫਤਿਹ ਸਿੰਘ ਦੀ ਗਰਦਨ ਦੇ ਉੱਪਰ ਵੀ ਛੁਰੀ ਫੇਰੀ ਗਈ ਹੈ, ਉਹਨਾਂ ਦਾ ਵੀ ਸਰੀਰ ਛੱਡ ਦਿੱਤਾ ਗਿਆ। ਵਿਦਵਾਨ ਨੇ ਲਿਖਿਆ ਅੱਧੀ ਘੜੀ ਦਾ ਸਮਾਂ ਬਾਬਾ ਫਤਿਹ ਸਿੰਘ ਨੂੰ ਲੱਗਾ। 24 ਮਿੰਟਾਂ ਦੀ ਘੜੀ ਹੈ, ਅੱਧੀ ਘੜੀ ਦਾ ਸਮਾਂ 12 ਮਿੰਟ। 12 ਮਿੰਟ ਬਾਬਾ ਫਤਿਹ ਸਿੰਘ ਜੀ ਤੜਫਦੇ ਰਹੇ, ਧਰਤੀ ਤੇ ਪਏ ਹੋਏ, ਪੈਰ ਚਲਾਉਂਦੇ ਨੇ, ਹੱਥ ਇੱਧਰ ਉੱਧਰ ਘੁਮਾਉਂਦੇ ਨੇ, ਪੈਰ ਸਰੀਰ ਕਦੇ ਉੱਪਰ ਨੂੰ ਉੱਠਦਾ, ਕਦੇ ਥੱਲੇ ਨੂੰ ਜਾਂਦਾ। 12 ਮਿੰਟ ਸਰੀਰ ਤੜਫਦਾ ਰਿਹਾ, ਫਿਰ ਜਾ ਕੇ ਸਰੀਰ ਵਿੱਚੋਂ ਪ੍ਰਾਣ ਨਿਕਲੇ। ਇਸ ਤਰ੍ਹਾਂ ਸ਼ਹੀਦੀ ਹੋਈ ਹੈ। ਇਹ ਸੁਨੇਹਾ ਮਾਤਾ ਸਾਹਿਬ ਮਾਤਾ ਗੁਜਰੀ ਜੀਆਂ ਨੂੰ ਮਿਲਿਆ, ਪੁੱਤਰ ਕੁਰਬਾਨੀ ਕਰ ਗਏ ਨੇ। ਵਿਦਵਾਨ ਕਹਿੰਦੇ ਨੇ ਵੀ ਮਾਤਾ ਗੁਜਰੀ ਜੀਆਂ ਨੇ ਨਾ ਭਾਈ ਮੋਤੀ ਰਾਮ ਮਹਿਰਾ ਦੇ ਕੋਲੋਂ ਜਲ ਮੰਗਾਇਆ। ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਖ, ਜਿਨ੍ਹਾਂ ਨੂੰ ਵਿਦਿਆ ਦੇ ਮਾਰਤੰਡ ਆਖਿਆ ਜਾਂਦਾ, ਬ੍ਰਹਮ ਗਿਆਨੀ ਸਨ। ਗੁਰਬਾਣੀ ਦੀ ਜਿਹੜੀ ਵਿਆਖਿਆ ਉਹਨਾਂ ਨੇ ਕੀਤੀ ਹੈ, ਗੁਰਬਾਣੀ ਦੇ ਜਿਹੜੇ ਉਹਨਾਂ ਨੇ ਅਰਥ ਕੀਤੇ ਨੇ, ਕੋਈ ਨਹੀਂ ਕਰ ਸਕਿਆ, ਵੱਡੇ ਤੋਂ ਵੱਡਾ ਵਿਦਵਾਨ ਵੀ ਨਹੀਂ ਕਰ ਸਕਿਆ। ਉਹਨਾਂ ਨੇ ਬਚਨ ਸੁਣਾਇਆ, ਕਹਿਣ ਲੱਗੇ ਵੀ ਮੋਤੀ ਰਾਮ ਦੇ ਕੋਲੋਂ ਜਲ ਮੰਗਾ ਕੇ ਇਸ਼ਨਾਨ ਕੀਤਾ ਤੇ ਸੁਖਮਨੀ ਸਾਹਿਬ ਦਾ ਪਾਠ ਕਰਕੇ, ਜਪਜੀ ਸਾਹਿਬ ਦਾ ਪਾਠ ਕਰਕੇ ਮਾਤਾ ਸਾਹਿਬ ਮਾਤਾ ਗੁਜਰੀ ਜੀਆਂ ਨੇ ਆਪਣੇ ਸਵਾਸ ਜਿਹੜੇ ਸਨ 10ਵੇਂ ਦੁਆਰ ਵਿੱਚ ਚੜ੍ਹਾਏ। 10ਵੇਂ ਦੁਆਰ ਨੂੰ ਫੋੜਿਆ, ਸੱਚਖੰਡ ਵਿੱਚ ਲੀਨ ਹੋ ਗਏ, ਸੱਚਖੰਡ ਨੂੰ ਚਲੇ ਗਏ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਸ਼ਹੀਦ ਕਰਕੇ ਸਮੇਂ ਦੀ ਹਕੂਮਤ ਨੇ ਆਖਿਆ ਇਹਨਾਂ ਦਾ ਕੋਈ ਸੰਸਕਾਰ ਨਾ ਕਰੇ, ਕੋਈ ਇਹਨਾਂ ਨੂੰ ਦਫਨ ਵੀ ਨਾ ਕਰੇ, ਇਹਨਾਂ ਦੇ ਸਰੀਰ ਚੁੱਕ ਕੇ ਜੰਗਲ ਵਿੱਚ ਸੁੱਟ ਦਿਓ। ਜੰਗਲ ਵਿੱਚ ਜੰਗਲੀ ਜਾਨਵਰ ਆਉਣਗੇ, ਮਾਸ ਖਾਣ ਵਾਲੇ ਜਾਨਵਰ ਆਉਣਗੇ, ਇਹਨਾਂ ਦੇ ਸਰੀਰਾਂ ਨੂੰ ਖਿੱਚੀ ਫਿਰਨਗੇ, ਨਰਾਦਰੀ ਹੋਵੇਗੀ। ਕਹਿਣ ਲੱਗੇ ਸਰੀਰ ਚੁੱਕ ਕੇ ਜੰਗਲ ਵਿੱਚ ਸੁੱਟੇ ਗਏ। ਪਰ ਸਰੀਰਾਂ ਦੇ ਕੋਲ ਆ ਕੇ ਇੱਕ ਚਿੱਟਾ ਸ਼ੇਰ ਆ ਕੇ ਬੈਠਾ, ਸਾਰੀ ਰਾਤ ਕੋਲ ਬੈਠਾ ਰਿਹਾ ਸਰੀਰਾਂ ਦੇ। ਮੰਨ ਲਓ ਕੋਈ ਦੇਵਤਾ ਹੀ ਆਇਆ ਹੋਵੇ ਸੇਵਾ ਕਰਨ ਵਾਸਤੇ, ਮਹਾਰਾਜ ਜੀਆਂ ਦੇ ਪੁੱਤਰਾਂ ਦੇ ਪਵਿੱਤਰ ਸਰੀਰਾਂ ਦੀ ਰਾਖੀ ਕਰਨ ਵਾਸਤੇ। ਸ਼ੇਰ ਕੋਲ ਬੈਠਾ ਹੈ, ਕੋਈ ਜਾਨਵਰ ਨੇੜੇ ਨਹੀਂ ਆਇਆ। ਸੰਗਤਾਂ ਇਕੱਠੀਆਂ ਹੋਈਆਂ, ਮਹਾਰਾਜ ਸਾਹਿਬ ਜੀ ਦੇ ਪੁੱਤਰਾਂ ਦੀ ਏਡੀ ਵੱਡੀ ਕੁਰਬਾਨੀ ਹੈ, ਇਹਨਾਂ ਦੇ ਸਰੀਰ ਸਾਂਭਣ ਦੀ ਸੇਵਾ ਕਰਨੀ ਚਾਹੀਦੀ ਹੈ। ਕਹਿਣ ਲੱਗੇ ਗੁਰਮੁਖੋ, ਇੱਥੇ ਦੀਵਾਨ ਟੋਡਰ ਮੱਲ ਨਾਮ ਦਾ ਇੱਕ ਵਿਅਕਤੀ ਹੈ। ਇਸ ਦਾ ਜਿਹੜਾ ਥਾਂ ਟਿਕਾਣਾ ਨਾ ਲਾਹੌਰ ਲਿਖਿਆ, ਵੀ ਲਾਹੌਰ ਦੇ ਨੇੜੇ ਇਹ ਰਹਿਣ ਵਾਲਾ ਇਹ ਭਾਈ ਟੋਡਰ ਮੱਲ ਹੈ। ਚੂਹੀਆ ਪਿੰਡ ਇਸ ਦਾ ਲਿਖਿਆ, ਵੀ ਚੂਹੀਆ ਨਾਮ ਦਾ ਪਿੰਡ ਕੋਈ ਲਾਹੌਰ ਦੇ ਨੇੜੇ, ਉੱਥੋਂ ਦਾ ਵਸਨੀਕ ਹੈ। ਤੇ ਭਗਵਤੀ ਦਾਸ ਇਹਦੇ ਪਿਤਾ ਦਾ ਨਾਮ ਸੀ, ਤੇ ਘਰੋਂ ਗਰੀਬ ਹੈ। ਪਰ ਕਿਸਮਤ ਆਪੋ ਆਪਣੀ ਹੈ ਨਾ, ਕਰਮ ਆਪੋ ਆਪਣੇ।
ਹੌਲੀ ਹੌਲੀ ਮਿਹਨਤ ਕੀਤੀ ਹੈ। ਮਿਹਨਤ ਕਰਦਿਆਂ ਕਰਦਿਆਂ 200 ਘੋੜਸਵਾਰ 100 ਘੋੜਸਵਾਰ ਅਤੇ 200 ਬੰਦਾ ਨਾਲ ਰੱਖਣ ਦਾ ਇਹਨੂੰ ਹੁਕਮ ਮਿਲ ਗਿਆ ਵੀ ਇੰਨੇ ਬੰਦੇ ਤੂੰ ਨਾਲ ਰੱਖ ਸਕਦਾ ਕਿਤੇ। ਹੌਲੀ ਹੌਲੀ ਇਸ ਨੇ ਚੰਗੇ ਕੰਮ ਵੀ ਕੀਤੇ। ਕਈ ਪਿੰਡਾਂ ਵਿੱਚ ਇਹਦੀ ਮੋਹਤਬਾਰੀ ਚੱਲਦੀ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਜਿਸ ਵੇਲੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਨਾ, ਆਪਾਂ ਸਿੱਧਾ ਸਮਝਣ ਵਾਸਤੇ ਕਹਿ ਲਈਏ ਵੀ ਇਹ ਖੇਤੀਬਾੜੀ ਮੰਤਰੀ ਸੀ ਉਸ ਵੇਲੇ। ਕਈ ਜ਼ਿਲ੍ਹੇ ਇਸ ਦੇ ਥੱਲੇ ਸਨ ਅਤੇ ਉਹਨਾਂ ਦੀ ਬਹੁਤ ਵੱਡੀ ਆਮਦਨ ਜਿਹੜੀ ਹੈ ਇਹਦੇ ਰਾਹੀਂ 50 ਲੱਖ ਰੁਪਈਆ ਸਾਲ ਦੀ ਜਮ੍ਹਾਂ ਹੁੰਦੀ ਹੈ ਖਜ਼ਾਨੇ ਦੇ ਵਿੱਚ। ਔਰ ਇਸ ਨੇ ਕਈ ਚੰਗੇ ਕੰਮ ਵੀ ਕੀਤੇ। ਆਗਰੇ ਤੋਂ ਲਾਹੌਰ ਜਾਣ ਵਾਲੇ ਰਸਤੇ ਦੇ ਉੱਪਰ ਇਸ ਨੇ ਤਲਾਬ ਵੀ ਬਣਾਇਆ ਵੀ ਆਉਂਦੇ ਜਾਂਦੇ ਯਾਤਰੂ ਪਾਣੀ ਪੀ ਲਿਆ ਕਰਨ, ਇਸ਼ਨਾਨ ਕਰ ਲਿਆ ਕਰਨ। ਇਸ ਕਰਕੇ ਸੰਸਾਰ ਵਿੱਚ ਲੋਕਾਂ ਵਿੱਚ ਇਹਦੀ ਜਿਹੜੀ ਦਿੱਖ ਹੈ ਨਾ ਉਹ ਬੜੀ ਚੰਗੀ ਬਣ ਚੁੱਕੀ ਸੀ। ਸਤਿਕਾਰਯੋਗ ਵਿਅਕਤੀ ਇਸ ਨੂੰ ਸਮਝਿਆ ਜਾਂਦਾ। ਇਹ ਉਸ ਵੇਲੇ ਸਰਹੰਦ ਦੇ ਵਿੱਚ ਹੀ ਹੈ, ਸੰਗਤਾਂ ਇਕੱਠੀਆਂ ਹੋਈਆਂ। ਇਸ ਦੇ ਚੰਗੇ ਕੰਮ ਵੇਖ ਕੇ ਇਸ ਨੂੰ ਦੀਵਾਨ ਦੀ ਪਦਵੀ ਮਿਲੀ। ਨਾਮ ਟੋਡਰ ਮੱਲ ਹੈ ਪਰ ਬਾਅਦ ਵਿੱਚ ਦੀਵਾਨ ਟੋਡਰ ਮੱਲ ਕਰਕੇ ਮਸ਼ਹੂਰ ਹੋਇਆ। ਸਮੇਂ ਦੀ ਹਕੂਮਤ ਸੰਸਕਾਰ ਨਹੀਂ ਕਰਨ ਦੇਣਾ ਚਾਹੁੰਦੀ ਪਰ ਲਾਲਚ ਦਿੱਤਾ ਗਿਆ, ਤੁਸੀਂ ਪੈਸੇ ਲੈ ਲਓ, ਜਿੰਨੇ ਚਾਹੁੰਦੇ ਓਨੇ ਹੀ ਲੈ ਲਵੋ, ਸਾਨੂੰ ਥਾਂ ਦੇ ਦਿਓ, ਵੀ ਮਾਇਆ ਦੇ ਲਾਲਚ ਵਿੱਚ ਸਰਕਾਰ ਮੰਨ ਜਾਵੇ। ਤੇ ਵਜ਼ੀਰ ਖਾਨ ਨੇ ਫਿਰ ਉਸ ਵੇਲੇ ਆਖਿਆ ਸੋਨੇ ਦੀਆਂ ਮੋਹਰਾਂ ਵਿਛਾ ਕੇ ਧਰਤੀ ਦੇਵਾਂਗੇ। ਅਸ਼ਰਫੀਆਂ ਜਿਹਨੂੰ ਕਿਹਾ ਜਾਂਦਾ, ਸੋਨੇ ਦੇ ਪੈਸੇ। ਕੋਈ ਗੱਲ ਨਹੀਂ, ਅਸੀਂ ਉਹ ਵੀ ਲਾ ਦਿਆਂਗੇ। ਜਿਸ ਵੇਲੇ ਮੋਹਰਾਂ ਵਿਛਾ ਕੇ ਧਰਤੀ ਲਈ ਗਈ, ਵਜ਼ੀਰ ਖਾਨ ਬਦਲ ਗਿਆ, ਕਹਿਣ ਲੱਗਾ ਵਿਛਾ ਕੇ ਨਹੀਂ, ਖੜੀਆਂ ਕਰਕੇ ਮੋਹਰਾਂ ਰੱਖੋ। ਹੁਣ ਜੇ ਵਿਛਾਵਾਂਗੇ ਤੇ ਮੋਹਰ ਕਿੰਨੀ ਜਗ੍ਹਾ ਘੇਰੇਗੀ, ਖੜੀ ਕਰਾਂਗੇ ਤੇ ਕੁਝ ਵੀ ਨਹੀਂ। ਵਿਦਵਾਨ ਕਹਿੰਦੇ ਨੇ ਵੀ 78,000 ਸੋਨੇ ਦੀਆਂ ਮੋਹਰਾਂ ਜਿਹੜੀਆਂ ਸਾਨੂੰ ਲੱਗੀਆਂ ਉਸ ਜਗ੍ਹਾ ਦੇ ਉੱਪਰ, ਜਿਹੜੀ ਉਹ ਜਗ੍ਹਾ ਖਰੀਦੀ ਗਈ। 2.5 ਅਰਬ ਕੋਈ ਉਹਨਾਂ ਦਾ ਮੁੱਲ ਬਣਦਾ। ਜੇ ਮੁੱਲ ਪਾਈਏ ਨਾ ਇੰਨੇ ਸੋਨੇ ਦਾ, ਇੰਨੀ ਥਾਂ ਦਾ, ਇੰਨੀ ਮਾਇਆ ਦਾ, 2.5 ਅਰਬ ਰੁਪਈਆ ਉਹਨਾਂ ਸਮਿਆਂ ਵਿੱਚ। ਦੁਨੀਆ ਦੇ ਮਹਿੰਗੇ ਤੋਂ ਮਹਿੰਗੇ ਸ਼ਹਿਰ ਵਿੱਚ ਚਲੇ ਜਾਓ, ਮਹਿੰਗੀ ਤੋਂ ਮਹਿੰਗੀ ਜਗ੍ਹਾ ਵੀ ਪੁੱਛ ਲਵੋ, ਇੰਨੀ ਮਹਿੰਗੀ ਜਗ੍ਹਾ ਦੁਨੀਆ ਦੇ ਕਿਸੇ ਦੇਸ਼ ਵਿੱਚ, ਕਿਸੇ ਸ਼ਹਿਰ ਵਿੱਚ ਵੀ ਨਹੀਂ। ਪਰ ਗੁਰਮੁਖੋ ਗੱਲ ਇਹ ਹੈ, ਜਿੱਡੀ ਵੱਡੀ ਕੁਰਬਾਨੀ ਸਾਹਿਬਜ਼ਾਦਿਆਂ ਨੇ ਕੀਤੀ ਹੈ, ਸਸਤੀ ਜਗ੍ਹਾ ਤੇ ਫਿਰ ਉਹਨਾਂ ਨੂੰ ਵੀ ਨਹੀਂ ਪਾਉਂਦੀ ਹੈ। ਇੱਕ ਵਾਰੀ ਆਖੀਏ ਸਤਨਾਮ। ਇੰਨੀ ਮਾਇਆ ਖਰਚ ਕੇ ਸਮੇਂ ਦੀ ਹਕੂਮਤ ਨੂੰ ਮੰਨਣਾ ਪਿਆ। ਖੜੀਆਂ ਕਰਕੇ ਮੋਹਰਾਂ ਧਰਤੀ ਖਰੀਦੀ ਹੈ। ਗੁਰਦੁਆਰਾ ਜੋਤੀ ਸਰੂਪ ਸਾਹਿਬ ਆਪਾਂ ਦਰਸ਼ਨ ਕਰਦੇ। ਇੱਥੇ ਫਿਰ ਗੁਰਮੁਖੋ ਚੰਦਨ ਦੀ ਚਿਖਾ ਤਿਆਰ ਕਰਕੇ ਮਾਤਾ ਸਾਹਿਬ, ਮਾਤਾ ਗੁਜਰੀ ਜੀਆਂ ਦਾ ਪਹਿਲਾ ਸਰੀਰ ਉਸ ਦੇ ਉੱਪਰ ਰੱਖਿਆ ਗਿਆ। ਉਸ ਵੇਲੇ ਸੱਜੇ ਪਾਸੇ ਬਾਬਾ ਜੋਰਾਵਰ ਸਿੰਘ ਜੀ, ਖੱਬੇ ਪਾਸੇ ਬਾਬਾ ਫਤਿਹ ਸਿੰਘ ਜੀ, ਇਹਨਾਂ ਦੇ ਸਰੀਰ ਬਿਰਾਜਮਾਨ ਕੀਤੇ ਗਏ। ਫਿਰ ਪੂਰੀ ਚਿਖਾ ਨੂੰ ਤਿਆਰ ਕਰਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਉਸ ਵੇਲੇ ਚਿਖਾ ਨੂੰ ਚੰਡਾ ਲਾਇਆ। ਇਹਨਾਂ ਮਹਾਨ ਸ਼ਹੀਦਾਂ ਦੀ ਸ਼ਹੀਦੀ 'ਤੇ ਫਿਰ ਸੰਸਕਾਰ ਹੋਇਆ। ਇਹ ਜੋ ਆਪਾਂ ਅੱਜ ਦਿਨ ਮਨਾ ਰਹੇ ਹਾਂ ਨਾ, ਇਹ ਅੱਜ ਦੀ ਸ਼ਹੀਦੀ ਦਾ ਸਾਕਾ ਹੈ। ਸਾਕਾ ਸਰਹੰਦ ਇਸ ਨੂੰ ਆਖਿਆ ਜਾਂਦਾ ਹੈ। ਇੱਥੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਦੇ ਨਾਲ ਫਿਰ ਇਸੇ ਵਜ਼ੀਰ ਖਾਨ ਨੂੰ ਘੋੜੇ ਮਗਰ ਪਾ ਕੇ, ਕਿਸੇ ਨੇ ਆਖਿਆ ਵਹਿੜ ਕੇ ਮਗਰ ਪਾ ਕੇ, ਰੱਸਾ ਪਾ ਕੇ ਲੱਤ ਨੂੰ ਤੇ ਖਿੱਚ ਕੇ ਘਸੀਟ ਕੇ ਧਰਤੀ ਦੇ ਉੱਪਰ ਇਸ ਤਰ੍ਹਾਂ ਇਸ ਨੂੰ ਮਾਰਿਆ ਸੀ ਵੀ ਤੂੰ ਪਾਪ ਕੀਤਾ, ਤੈਨੂੰ ਪਾਪ ਦੀ ਸਜ਼ਾ ਤੇ ਜ਼ਰੂਰ ਮਿਲੇਗੀ। ਗੁਰਦੁਆਰਾ ਚੱਪੜਚਿੜੀ ਸਾਹਿਬ ਬਣਿਆ, ਨਾਲ ਹੀ ਉਹਦੇ ਇੱਕ ਸਕੂਲ ਬਣਿਆ। ਸਕੂਲ ਦੇ ਵਿੱਚ ਇੱਕ ਰੁੱਖ ਹੈ ਜੰਡ ਦਾ, ਉਹਦੇ ਨਾਲ ਇਸ ਨੂੰ ਬੱਧਾ ਗਿਆ ਸੀ। ਉਹ ਇੱਕ ਇਤਿਹਾਸਕ ਰੁੱਖ ਹੈ ਜਿਹੜਾ ਗੁਰਦੁਆਰੇ ਦੀ ਚਾਰ ਦੀਵਾਰੀ ਤੋਂ ਬਾਅਦ ਯਤਨ ਕਰਨਾ ਚਾਹੀਦਾ ਸੰਸਥਾਵਾਂ ਨੂੰ, ਐਸੀਆਂ ਨਿਸ਼ਾਨੀਆਂ ਨੂੰ ਸਾਂਭ ਲੈਣਾ ਚਾਹੀਦਾ। ਅਤੇ ਠੰਡਾ ਬੁਰਜ ਜਿਸ ਦੀ ਆਪਾਂ ਕਥਾ ਸੁਣਦੇ ਹਾਂ, ਇਸ ਨੂੰ ਵੀ ਢਾਹ ਕੇ ਦੁਬਾਰਾ ਫਿਰ ਬਣਾਇਆ ਗਿਆ। ਪਤਾ ਨਹੀਂ ਕਿਉਂ ਢਾਹ ਕੇ ਦੁਬਾਰਾ ਨਵੀਆਂ ਨਵੀਆਂ ਇਮਾਰਤਾਂ ਬਣਾਉਣ ਵਾਸਤੇ ਮਾਇਆ ਇਕੱਠੀ ਕਰਨ ਦਾ ਕਿੰਨਾ ਕੁ ਲਾਲਚ ਕੌਮ ਦੇ ਵਿੱਚ ਪੈ ਚੁੱਕਿਆ। ਉਹ ਨਿਸ਼ਾਨੀਆਂ ਜਿਹੜੀਆਂ ਸਨ ਅਸੀਂ ਦਿਨ ਬ ਦਿਨ ਖਤਮ ਕਰਦੇ ਪਏ। ਭਾਵੇਂ ਕਿ ਨਿਸ਼ਾਨੀ ਦੇ ਨਾਲ ਨਹੀਂ ਜੁੜਨਾ ਤੇ ਗੁਰੂ ਸ਼ਬਦ ਦੇ ਨਾਲ ਹੈ, ਪਰ ਨਿਸ਼ਾਨੀ ਵੀ ਤੇ ਸਾਡੇ ਮਹਾਨ ਸ਼ਹੀਦਾਂ ਦੀ ਹਨ। ਸਾਨੂੰ ਪਤਾ ਤੇ ਲੱਗ ਸਕੇ ਨਾ ਵੀ ਇੱਥੇ ਇਹ ਕਾਰਜ ਹੋਇਆ।
ਰੋ ਵਿਚਾਰ ਇਸ ਤਰ੍ਹਾਂ ਗੁਰਮੁਖੋ ਅੱਜ ਇਹ ਜਿਹੜਾ 13 ਪੋਹ ਦਾ ਦਿਨ ਹੈ ਨਾ, ਇਹ ਸਾਕਾ ਹੈ। ਹੁਣ ਆਪਾਂ ਇਹ ਸਾਕਾ ਬੜੇ ਸਰਲ ਤਰੀਕੇ ਨਾਲ ਸੌਖਾ ਸੁਣਿਆ। ਜੇ ਅਜੇ ਵੀ ਸਾਨੂੰ ਚੇਤਾ ਨਾ ਰਵੇ ਇਹ ਇਤਿਹਾਸਕ ਦਿਹਾੜਾ, ਇਤਿਹਾਸਕ ਸਾਖੀ, ਫਿਰ ਸਾਡੇ ਵਾਸਤੇ ਮਾੜੀ ਗੱਲ ਹੈ। ਇਹਨਾਂ ਦਿਨਾਂ ਦੇ ਵਿੱਚ ਸਾਡੇ ਵੱਡੇ ਵਡੇਰੇ ਜਿਹੜੇ ਸਨ ਨਾ, ਮੰਜੇ ਤੇ ਨਹੀਂ ਸਨ ਸੌਂਦੇ, ਧਰਤੀ ਤੇ ਆਰਾਮ ਕਰਦੇ ਵੀ ਸਾਡਾ ਗੁਰੂ ਧਰਤੀ ਤੇ ਇਹਨਾਂ ਦਿਨਾਂ ਵਿੱਚ ਪਿਆ ਹੈ। ਗੁਰੂ ਦੇ ਫਰਜ਼ੰਦ ਠੰਡੇ ਬੁਰਜ ਵਿੱਚ ਕੈਦ ਰਹਿ, ਪਲੰਘੇ ਤੇ ਸੌਣਾ ਠੀਕ ਨਹੀਂ, ਅਸੀਂ ਧਰਤੀ ਤੇ ਲੇਟੀਏ। ਸਾਡੇ ਮਨ ਵਿੱਚ ਇਹ ਗੁਰੂ ਪ੍ਰਤੀ ਭਾਵਨਾ ਹੈ। ਪਰ ਗੁਰਮੁਖੋ ਇਹਨਾਂ ਸ਼ਹੀਦਾਂ ਦੇ ਦਿਹਾੜਿਆਂ ਦੇ ਵਿੱਚ ਹੀ ਇੱਕ ਆ ਕ੍ਰਿਸਮਸ ਡੇ ਆ ਜਾਂਦਾ, ਤੇ ਸਾਡੇ ਬੱਚੇ ਉਧਰ ਨੂੰ ਪ੍ਰੇਰਿਤ ਉਹੋ ਜਿਹੀਆਂ ਵਰਦੀਆਂ ਪਾ ਕੇ, ਉਹੋ ਜਿਹੀ ਉੱਥੇ ਨਾਚ ਭੰਗੜਾ ਕਰਕੇ, ਬੜੀ ਵੱਡੀ ਲਾਹਨਤ ਹੈ ਉਹਦੇ ਵਾਸਤੇ ਜਿਹੜਾ ਇਸ ਦਿਨ ਦੇ ਵਿੱਚ ਵੀ ਇਹ ਇਤਿਹਾਸ ਆਪਣੇ ਬੱਚਿਆਂ ਨੂੰ ਨਹੀਂ ਦੱਸ ਸਕਿਆ, ਨਹੀਂ ਜੋੜ ਸਕਿਆ। ਸਾਡੀ ਕੌਮ ਕਿੱਧਰ ਨੂੰ ਚੱਲ ਪਈ ਹੈ। ਮਹਾਰਾਜ ਕਿਰਪਾ ਕਰੇ, ਸਾਨੂੰ ਸਿੱਖੀ ਦੀਆਂ ਦਾਤਾਂ, ਨਾਮ ਦੀਆਂ ਦਾਤਾਂ ਮਹਾਰਾਜ ਬਖਸ਼ਿਸ਼ ਕਰਨ, ਤਾਂ ਕਿ ਸਾਡਾ ਭਲਾ ਹੋਵੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਲੇਖਾ ਕਤਹਿ ਨਾ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 28 ਤਰੀਕ ਭਾਵ ਕਿ ਸਵੇਰ ਤੋਂ ਪ੍ਰਭਾਤ ਫੇਰੀਆਂ ਸ਼ੁਰੂ ਹੋ ਰਹੀਆਂ। ਸੋ ਜਿਨ੍ਹਾਂ ਸੰਗਤਾਂ ਨੇ ਸ਼ਾਮਲ ਹੋਣਾ ਹੈ 4:30 ਵਜੇ ਦੇ ਸਮੇਂ ਮੁਤਾਬਕ ਗੁਰੂ ਘਰੇ ਪਹੁੰਚਣ ਦੀ ਕਿਰਪਾਲਤਾ ਕਰਨੀ। ਪ੍ਰਭਾਤ ਫੇਰੀਆਂ ਵਿੱਚ ਸੰਗਤਾਂ ਵੱਧ ਤੋਂ ਵੱਧ ਸ਼ਾਮਲ ਹੋਵੋ। ਕੱਲ੍ਹ ਤੋਂ ਇਹ ਪ੍ਰਭਾਤ ਫੇਰੀਆਂ ਸ਼ੁਰੂ ਹੋ ਰਹੀਆਂ। ਸੋ ਨਾਲ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਦੇ ਪਿੱਛੇ ਇੱਕ ਪਲਾਟ ਖਰੀਦਿਆ ਹੋਇਆ, ਜਿਹੜੀਆਂ ਸੰਗਤਾਂ ਉਹਦੇ ਵਿੱਚ ਦਾਨ ਪੁੰਨ ਪਾ ਸਕਦੀਆਂ, ਜਿੰਨੀ ਵੀ ਮਾਇਆ ਕੋਈ ਦਾਨ ਦੇ ਸਕਦਾ, 1 ਮਰਲੇ ਦੀ, ਅੱਧੇ ਮਰਲੇ ਦੀ, ਥੋੜ੍ਹੀ ਤੋਂ ਥੋੜ੍ਹੀ, ਬਹੁਤੀ ਤੋਂ ਬਹੁਤੀ, ਉਹ ਮਾਇਆ ਭੇਟ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣੁਕਾ, ਤੂੰ ਆਓ ਹਮਾਰੇ ਪਾਸ। सूरज किरण मिले, जल का जल हुआ राम।